ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਨਾਮ ਸਿੰਘ ਔਰ ਮੈਨੂੰ ਬੇहद ਖੁਸ਼ੀ ਹੈ ਕਿ ਅੱਜ ਇੱਕ ਵਾਰ ਫਿਰ ਅਕਾਲ ਚੈਨਲ ਦੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਅਸੀਂ ਅੱਜ ਸਵਾਗਤ ਕਰਦੇ ਹਾਂ ਸਿੱਖ ਥਿੰਕ ਟੈਂਕ ਪ੍ਰੋਗਰਾਮ ਤੇ। ਆਪ ਜੀ ਨੂੰ ਪਤਾ ਵੀ ਇਹ ਜੋ ਥਿੰਕ ਟੈਂਕ ਪ੍ਰੋਗਰਾਮ ਆ ਇਹ ਆਪਾਂ 2 ਹਫ਼ਤਿਆਂ ਬਾਅਦ ਕਰਦੇ ਹੁੰਦੇ ਹਾਂ। ਤਾਂ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਆ ਵੀ ਆਪਾਂ ਜਿਹੜੇ ਵਿਸ਼ੇ ਜੋ ਸਿੱਖਾਂ ਨੂੰ ਇਫੈਕਟ ਕਰਦੇ ਆ ਔਰ ਆਮ ਜਨਤਾ ਦੇ ਵਿੱਚ ਵੀ ਗਲੋਬਲ ਵੀ ਇਸ਼ੂਜ਼ ਹੋ ਸਕਦੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਵਿਸਤਾਰ ਦੇ ਵਿੱਚ ਡੂੰਘਾਈ ਦੇ ਵਿੱਚ ਵਿਚਾਰਦੇ ਹਾਂ। ਕਿਉਂਕਿ ਕਈ ਵਾਰੀ ਸਾਡੀ ਸਿੱਖਾਂ ਦੇ ਵਿੱਚ ਇੱਕ ਆਦਤ ਆ ਵੀ ਅਸੀਂ ਕਈ ਵਾਰੀ ਉੱਪਰੋਂ ਹੀ ਗੱਲ ਫੜ ਕੇ ਤਾਂ ਪਹਿਲਾਂ ਡਾਂਗਾ ਚਲਾਉਣ ਲੱਗ ਪੈਂਦੇ ਆ, ਮੋਰਚੇ ਲਾ ਦਿੰਦੇ, ਤਾਂ ਕਦੇ ਡੂੰਘਾਈ 'ਚ ਨਹੀਂ ਸੋਚਦੇ। ਤਾਂ ਅੱਜ ਦਾ ਜਿਹੜਾ ਵਿਸ਼ਾ ਹੈਗਾ ਇਹ ਬਹੁਤ ਹੀ ਇੱਕ ਗੰਭੀਰ ਵਿਸ਼ਾ ਉਹ ਹੈ ਵੀ ਯੂਰਪੀਅਨ ਯੂਨੀਅਨ ਦੇ ਵਿੱਚ UK ਦੀ ਜੋ ਮੈਂਬਰਸ਼ਿਪ ਦੇ ਬਾਰੇ ਇੱਕ ਰੈਫਰੈਂਡਮ ਹੋ ਰਿਹਾ ਔਰ ਅਸੀਂ ਉਸ ਰੈਫਰੈਂਡਮ ਦੇ ਬਾਰੇ ਵਿਚਾਰ ਕਰਾਂਗੇ। ਔਰ ਸਵਾਲ ਆਪਾਂ ਵਿਚਾਰਨੇ ਹੈ ਕਿ ਯੂਰਪੀਅਨ ਯੂਨੀਅਨ ਹੈ ਕੀ ਚੀਜ਼ ਔਰ UK ਨੂੰ ਇਸ ਟਾਈਮ ਤੇ ਕੀ ਮਜਬੂਰੀ ਜਾਂ ਕੀ ਲੋੜ ਪਈ ਵੀ ਉਹਨਾਂ ਨੇ ਆਪਣੀ ਮੈਂਬਰਸ਼ਿਪ ਵਾਪਸ ਲੈਣ ਵਾਸਤੇ ਕਿਉਂ ਗੌਰ ਕਰ ਰਹੇ। why are they thinking, why are they actually going to go to the polls to decide whether or not to remain a member of the European Union। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਮੇਰੇ 2 ਸਾਥੀ ਨਾਲ ਸਾਥ ਦੇਣਗੇ। ਜੇ ਮੈਂ ਖੱਬੇ ਹੱਥ ਤੋਂ ਸ਼ੁਰੂ ਕਰਾਂ ਤਾਂ ਮੇਰੇ ਵੱਡੇ ਵੀਰ ਡਾਕਟਰ ਸੁਜਿੰਦਰ ਸਿੰਘ ਸੰਘਾ OB ਭਾਈ ਸਾਹਿਬ ਜੀ, ਆਪ ਜੀ ਨੂੰ ਪਤਾ ਹੀ ਇਜ਼ ਬ੍ਰੌਡਕਾਸਟਰ, ਰਾਈਟਰ, ਐਜੂਕੇਸ਼ਨਲਿਸਟ ਔਰ ਬਹੁਤ ਫੀਲਡਸ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਸੋ ਸੰਘਾ ਸਾਹਿਬ ਤੁਹਾਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਮੇਰੇ ਸੱਜੇ ਹੱਥ ਤੇ ਮੇਰੇ ਛੋਟੇ ਵੀਰ ਭਾਈ ਕਰਤਾਰ ਸਿੰਘ ਜੀ, ਜੇ ਆਪ ਜੀ ਨੂੰ ਪਤਾ ਭਾਈ ਕਰਤਾਰ ਸਿੰਘ ਇਜ਼ ਦ ਫਰਸਟ ਸਿੱਖ ਚੈਪਲਨ ਲੈਸਟਰ ਦੇ ਵਿੱਚ, ਲੈਸਟਰ NHS ਟਰਸਟ ਦੇ ਵਿੱਚ। ਔਰ ਭਾਈ ਕਰਤਾਰ ਸਿੰਘ ਦੀ ਵੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਨੌਜਵਾਨ ਘੱਟ ਮਿਲਦੇ ਜਿਹੜੇ ਕਿ ਗੁਰਸਿੱਖੀ ਦੇ ਵਿੱਚ ਵੀ ਪਰਪੱਖ ਆ ਔਰ ਇੰਟਰਨੈਸ਼ਨਲ ਜਾਂ ਹਿਸਟੋਰੀਕਲ ਵਿਚਾਰ ਰੱਖਣ ਦੇ ਵਿੱਚ ਵੀ ਬੜਾ ਇਹਨਾਂ ਦਾ ਸ਼ੌਂਕ ਆ, ਯੋਗਦਾਨ। ਸੋ ਕਰਤਾਰ ਸਿੰਘ ਤੁਹਾਨੂੰ ਵੀ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜਿੱਦਾਂ ਆਪਾਂ ਪਹਿਲਾਂ ਵੀ ਜਿਹੜਾ ਸਾਡਾ ਥਿੰਕ ਟੈਂਕ ਅਸੀਂ ਕੋਸ਼ਿਸ਼ ਕਰਦੇ ਵੀ ਜਿੱਥੇ ਸਾਡੇ ਪੰਜਾਬੀ ਬੋਲਣ ਵਾਲੇ ਵੀਰ ਸਮਝਣ ਵਾਲੇ, ਕਿਉਂਕਿ ਸਾਨੂੰ ਪਤਾ ਸਾਡਾ ਪ੍ਰੋਗਰਾਮ 106 ਕੰਟਰੀਆਂ ਦੇ ਵਿੱਚ ਦੇਖਿਆ ਜਾਂਦਾ ਔਰ ਖਾਸ ਕਰ ਯੂਰਪ ਦੇ ਵਿੱਚ ਵੀ। ਔਰ ਅੱਜ ਸੰਘਾ ਸਾਹਿਬ ਜਿਹੜਾ ਵਿਸ਼ਾ ਉਹ ਜਿੱਥੇ UK ਦਾ ਵੀ ਵਿਸ਼ਾ, ਯੂਰਪ ਦਾ ਵੀ ਵਿਸ਼ਾ ਹੈ, ਸਾਰੀ ਯੂਰਪੀਅਨ ਆਡੀਅנס ਆਪਣੇ ਨਾਲ ਚਾਹੀਦੀ ਹੈ। ਬਿਲਕੁਲ। ਔਰ ਅਸੀਂ ਇਹ ਵੀ ਵਿਚਾਰ ਕਰੂੰਗੇ ਵੀ ਸਿੱਖਾਂ ਨੂੰ ਕੀ ਇਫੈਕਟ ਪੈ ਸਕਦੀ ਹੈ ਇਸ 'ਤੇ ਬਾਰੇ, ਉਹ ਆਪਾਂ ਲੇਟਰ ਔਨ ਕਰੂੰਗੇ। ਸੋ ਅਸੀਂ ਕੋਸ਼ਿਸ਼ ਕਰਨੀ ਆ ਵੀ ਅਸੀਂ ਪੰਜਾਬੀ ਦੇ ਵਿੱਚ ਵੀ ਵਿਚਾਰ ਨਾਲ ਅਸੀਂ ਇੰਗਲਿਸ਼ ਦੇ ਵਿੱਚ, ਜਿਹੜੀਆਂ ਸਾਰੀਆਂ ਹੀ ਭਾਸ਼ਾ 2 ਮੇਨ ਭਾਸ਼ਾ ਸਾਡੀਆਂ ਪੰਜਾਬੀਆਂ ਦੀਆਂ, ਉਹ ਆਪਾਂ ਕਵਰ ਕਰ ਲਈਏ। ਥੋੜਾ ਜਿਹਾ I'm just going to give a brief introduction to what's happening at the moment and then we will go back। ਅਸੀਂ ਫਿਰ ਇਹਦੀ ਜੜ ਵੱਲ ਜਾਵਾਂਗੇ। 1945 ਤੋਂ ਬਾਅਦ ਇਹ EU ਕਿਉਂ ਬਣਿਆ ਸੀ, ਤਾਂ ਇਹਦੀ ਸੋਚ ਕੀ ਸੀਗੀ। On the 23rd of June we will be facing arguably the most important decision the British public has faced in decades। On this day the people of the UK will be casting their votes, as I said, for the EU referendum, and most political commentators are saying that this will be the UK's biggest political decision of the century, and a vote to come out could have massive consequences not only for the UK but of Europe as well, particularly at a time where we are seeing destabilization across the world, and certainly the migrant crisis is destabilizing the borders of Europe. There are many arguments that go either way, and we'll be exploring some of those about leaving or staying. But just it's very important to know what the question is, ਕਿਉਂਕਿ ਜਦੋਂ ਰੈਫਰੈਂਡਮ ਦੇ ਵਿੱਚ ਇੱਕ ਸਵਾਲ ਹੁੰਦਾ ਔਰ ਇਹ ਵੀ ਤੁਸੀਂ ਨੋਟ ਕਰਨਾ ਵੀ ਇਹ ਸਵਾਲ ਨੂੰ ਤਿਆਰ ਕਰਨ ਵਾਸਤੇ ਸੰਘਾ ਸਾਹਿਬ ਬੜਾ ਇਹਨਾਂ ਨੇ ਰਿਸਰਚ ਕੀਤੀ ਔਰ ਕੰਸਲਟੇਸ਼ਨ ਕੀਤੀ। ਐਂਡ ਤੁਸੀਂ ਪੰਜਾਬੀ ਦੇ ਵਿੱਚ ਇਹਨੂੰ ਤਰਜਮਨ ਕਰ ਦਿਓ, ਮੈਂ ਇੰਗਲਿਸ਼ ਵਿੱਚ ਦੱਸਦਾ ਕਿ ਸੋ ਦਿਸ ਇਜ਼ ਦ ਕੁਐਸਚਨ ਜੋ ਕਿ ਜਦੋਂ ਆਪਾਂ 30 ਜੂਨ ਨੂੰ ਵੋਟ ਪਾਉਣੀ ਆ UK ਦੇ ਵਿੱਚ, ਉਸ ਬੈਲਟ ਪੇਪਰ ਦੇ ਰੈਫਰੈਂਡਮ ਪੇਪਰ ਦੇ ਇਹ ਸਵਾਲ ਇੰਗਲਿਸ਼ ਦੇ ਵਿੱਚ ਮੈਂ ਦੱਸਦਾ, ਫਿਰ ਸੰਘਾ ਸਾਹਿਬ ਦੱਸਣਗੇ। ਸ਼ੁੱਡ ਦ ਯੂਨਾਈਟਿਡ ਕਿੰਗਡਮ ਰਿਮੇਨ ਏ ਮੈਂਬਰ ਆਫ ਦ ਯੂਰਪੀਅਨ ਯੂਨੀਅਨ ਔਰ ਲੀਵ ਦ ਯੂਰਪੀਅਨ ਯੂਨੀਅਨ? ਦਿਸ ਇਜ਼ ਦ ਕੁਐਸਚਨ। ਹਾਂ ਬਿਲਕੁਲ, ਸਿੰਪਲੀ ਪੰਜਾਬੀ ਦੇ ਵਿੱਚ ਨਾ ਅੰਗਰੇਜ਼ੀ ਸਵਾਲ ਪਰ ਇਹਦਾ ਪੰਜਾਬੀ ਤਰਜਮਾ ਆਪਣੇ ਵਾਸਤੇ ਇਹੋ ਹੀ ਹੈਗਾ ਕਿ ਕੀ ਵੋਟਰ ਚਾਹੁੰਦੇ ਆ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਰਹੀਏ ਜਾਂ ਮਤਲਬ ਇਹਨੂੰ ਛੱਡ ਕੇ ਬਾਹਰ ਆ ਜਾਈਏ ਜਾਂ ਅੰਦਰ ਜਾਂ ਬਾਹਰ। ਸਿੰਪਲ ਗੱਲ ਇਹ ਹੈਗੀ ਹੈ, yes or no? Absolutely. So Kartar Singh ji, we know that what's happening 26th of June. We've got the question straightforward: we stay or leave. But I mean, the issue about withdrawing or leaving has been rumbling for many years, particularly in the Tory party. But why is it now that Cameron has, in essence,
because he's put his neck on the block as well. You know, why did we get the vote now and not 2030? I mean, Thatcher had huge problems, didn't she? Well, I think if we go to the inception of the European Union, Britain's initial involvement in there, the question's always been in or out. Is it better for Britain to be in? Is it economically beneficial? If we look at David Cameron at the moment, I think the Tory party is greatly divided. I think there's great rifts among the Tory party, with the far right of the party pushing more and more for Europe to leave, and the centre-right of the party pushing to stay. David Cameron's struggled in a bit of a difficult position as leader to maintain his control. He has always pushed that he was willing to engage a discussion and dialogue on the issue of whether to remain in Europe. But I think because the push has been so strong, You had no choice. You had no choice. No choice, but culminate that with what's going on across Europe. I think there's a crisis of leadership, and I think David Cameron's been forced into the position of having the referendum. But also, I think strategically, he knows he's on the way out. He knows he will no longer be leader for the next election, and therefore, for him to do it at this moment in time, one, he keeps up to his word, but two, doesn't have to face too many great consequences of what that could Okay, be. ਸੰਘਾ ਸਾਹਿਬ ਕਿਉਂਕਿ ਕਰਤਾਰ ਸਿੰਘ ਨੇ ਕਿਹਾ ਵੀ ਸ਼ਾਇਦ ਡੇਵਿਡ ਕੈਮਰਨ ਦਾ ਗੈਂਬਲ ਆ, ਹੀ ਇਜ਼ ਨਥਿੰਗ ਟੂ ਲੂਜ਼, ਕਿਉਂਕਿ ਉਹਨੇ ਆਪ ਕਿਹਾ ਵੀ ਮੈਂ ਮੋਰਲੇ ਇਲੈਕਸ਼ਨ ਤੋਂ ਪਹਿਲਾਂ ਮੈਂ ਹਟ ਜਾਣਾ। ਪਰ ਇਹਦੇ ਵਿੱਚ ਇੱਕ ਹੋਰ ਫੈਕਟਰ ਆ ਕਿ ਟੋਰੀ ਪਾਰਟੀ ਦਾ ਯੂਕਿਪ, ਜਿਹੜੀ ਆਪ ਨੂੰ ਪਤਾ ਕਾਫੀ ਸਾਲਾਂ ਤੋਂ ਇਹ ਸਿੰਗਲ ਇਸ਼ੂ ਪਾਰਟੀ ਆ, ਔਰ ਐਵਰੀ ਇਲੈਕਸ਼ਨ ਦੇ ਵਿੱਚ ਇਹਨਾਂ ਦੀ ਵੋਟ ਵੱਧਦੀ ਰਹੀ, ਤਾਂ ਯੂਕਿਪ ਦਾ ਵੀ ਵੱਡਾ ਥ੍ਰੈਟ, ਇਸ ਕਰਕੇ ਵੀ ਇਹਨਾਂ ਨੇ ਹੁਣ ਇਹ ਯਾਨੀ ਕਿ ਚਾਂਸ ਦੇ ਦਿੱਤਾ ਜਾਂ ਫੈਸਲਾ ਲੈ ਲਿਆ ਵੋਟ ਪਾਉਣ ਦਾ। ਬੁਨਿਆਦੀ ਤੌਰ ਤੇ ਯੂਕਿਪ ਜਾਂ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਰਾਈਟ ਵਿੰਗ ਆਨਸਰ ਹੈਗਾ, ਉਹ ਇੰਗਲਿਸ਼ ਨੈਸ਼ਨਲਿਜ਼ਮ ਨੂੰ ਰਿਪਰੈਜ਼ੈਂਟ ਕਰਦਾ, ਤੇ ਇੰਗਲਿਸ਼ ਨੈਸ਼ਨਲਿਸਟ ਜਿਹੜਾ ਵਿਊ ਹੈਗਾ ਆ, ਉਹਦਾ ਲਿੰਕ ਕਲੋਨੀਅਲ ਪਾਸਟ ਦੇ ਨਾਲ ਆ, ਤੇ ਉਹਨਾਂ ਦਾ ਅਜੇ ਵੀ ਵਿਸ਼ਵਾਸ ਹੈਗਾ ਕਿ ਜਿਵੇਂ ਅਸੀਂ 19th ਜਾਂ ਅੱਧ 20th ਸੈਂਚੁਰੀ ਤਾਈਂ ਵਰਲਡ ਨੂੰ ਰੂਲ ਕੀਤਾ, ਤੇ ਗਾਂ ਵੀ ਅਸੀਂ ਵਰਲਡ ਤੇ ਇਵੇਂ ਇਨਫਲੂਐਂਸ ਕਰ ਸਕਦੇ ਹਾਂ। ਪਰ ਜਿਹੜਾ ਵਰਲਡ ਆ ਉਹ ਬਿਲਕੁਲ ਬਦਲ ਰਿਹਾ ਹੈਗਾ, ਤੇ ਯੂਕਿਪ ਨੇ ਮਾਈਗ੍ਰੇਸ਼ਨ ਤੇ ਯੂਰਪੀਅਨ ਯੂਨੀਅਨ ਦਾ ਦਾਬਾ ਇੰਗਲੈਂਡ ਤੇ ਜਾਂ ਯੂਕੇ ਤੇ ਉਹਨੂੰ ਇਸ਼ੂ ਬਣਾ ਕੇ ਇਸ ਮਸਲੇ ਨੂੰ ਸਾਹਮਣੇ ਲਿਆਂਦਾ, ਕਿਉਂਕਿ ਦਰਅਸਲ ਉਹਦੇ ਪਿੱਛੇ ਜਿਹੜੀ ਮੇਨ ਵਿਚਾਰਧਾਰਾ ਆ ਉਹ ਰਾਈਟ ਵਿੰਗ ਕੰਜ਼ਰਵੇਟਿਵ ਗਰੁੱਪ ਦੀ ਹੈਗੀ ਆ, ਤੇ ਉਹ ਬਾਹਰ ਹੈ ਤੇ ਉਹ ਬਾਕੀ ਸਾਰੇ ਕੰਜ਼ਰਵੇਟਿਵ ਗਰੁੱਪ ਦੇ ਵਿੱਚ ਹੈਗੇ ਆ। ਪਰ ਮਸਲਾ ਜਿਹੜਾ ਹੈ ਯੂਕਿਪ ਨੂੰ ਨਿਊਟਰਲਾਈਜ਼ ਕਰਨ ਵਾਸਤੇ ਇਹ ਰਾਈਟ ਵਿੰਗ ਕੰਜ਼ਰਵੇਟਿਵ ਨੇ ਸਾਹਮਣੇ ਲਿਆਂਦਾ ਹੈਗਾ। ਸੰਘਾ ਸਾਹਿਬ ਇਹੀ ਮੈਂ ਕਿਉਂਕਿ ਜੇ ਪਿਛਲੇ ਇਲੈਕਸ਼ਨ ਵੱਲ ਮੈਂ ਥੋੜਾ ਧਿਆਨ ਲਿਆਉਂਗਾ, ਜਦੋਂ ਉਦੋਂ ਇਹ ਕੈਮਰਨ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਜੇ ਤੁਸੀਂ ਨਾਈਜਲ ਫਰਾਜ ਯੂਕਿਪ ਦਾ ਜਿਹੜੇ ਉਹਨਾਂ ਨੂੰ ਵੋਟ ਪਾਓਗੇ ਨਾ, this was his words, he says you would give Labour the keys to 10 Downing Street and end the prospect of a EU reform. So in a sense he ਉਦੋਂ ਉਹਨੇ ਦਾਅਵਾ ਕੀਤਾ ਸੀਗਾ ਇਲੈਕਟਰਲ, ਜੇ ਤੁਸੀਂ ਸਾਨੂੰ ਜਿਤਾਓਗੇ ਤਾਂ ਅਸੀਂ, so he had to follow that through. Well, exactly, ਕਿਉਂਕਿ ਮੈਨੀਫੈਸਟੋ ਦੇ ਵਿੱਚ ਇੱਕ ਕਲੀਅਰ ਪ੍ਰੋਮਿਸ ਹੈਗਾ ਪਬਲਿਕ, ਔਰ ਕਿਉਂਕਿ ਜਿਵੇਂ ਕਰਤਾਰ ਸਿੰਘ ਹੋਰਾਂ ਨੇ ਕਿਹਾ ਹੈਗਾ, ਡੇਵਿਡ ਕੈਮਰਨ ਨੇ ਅਗਲੀ ਵਾਰੀ ਤਾਂ ਪ੍ਰਾਈਮ ਮਿਨਿਸਟਰ ਹੋਣਾ ਨਹੀਂਗਾ, ਕਿਉਂਕਿ 2 ਟਰਮਾਂ ਕੰਪਲੀਟ ਕਰਨੀਆਂ ਹੈਗੀਆਂ, ਉਹ ਵੀ ਜੇ ਇਲੈਕਸ਼ਨ ਦੇ ਆਪਣੇ ਰੈਫਰੈਂਡਮ ਦੇ ਵਿੱਚ ਅਗਰ ਮਿਸਾਲ ਦੇ ਤੌਰ ਤੇ ਨੋ ਵੋਟ ਜਿੱਤ ਜਾਂਦੀ ਹੈਗੀ ਹੈ, ਤੇ ਜੋ ਲੋਕੀ ਇਹ ਮੈਜੋਰਟੀ ਫੈਸਲਾ ਕਰਦੇ ਪਏ ਅਸੀਂ ਯੂਰਪੀਅਨ ਯੂਨੀਅਨ ਜੋ ਬਾਹਰ ਨਿਕਲਣਾ, ਫਿਰ ਵੀ ਉਹ ਪਾਵਰ ਦੇ ਵਿੱਚ ਸਸਟੇਨ ਹੋ ਸਕੇ ਜਾਂ ਨਹੀਂ, ਇਹ ਵੀ ਇੱਕ ਵੱਡਾ ਕੁਐਸਚਨ ਮਾਰਕ ਹੈਗਾ, ਕਿਉਂਕਿ ਕੰਜ਼ਰਵੇਟਿਵ ਪਾਰਟੀ ਦੁਫਾੜ ਹੋ ਚੁੱਕੀ ਹੈ, ਖਾਸ ਕਰਕੇ ਯੂਰਪੀਅਨ ਯੂਨੀਅਨ ਦੇ ਮਸਲੇ ਤੇ। ਪਰ ਇਹਦੇ ਵਿੱਚ ਦਰਅਸਲ ਸਿੱਧੀ ਕਨੈਕਟਡ ਗੱਲ ਨਹੀਂ, ਪਰ ਇੰਡਾਇਰੈਕਟਲੀ ਟੋਨੀ ਬਲੇਅਰ ਤੇ ਮਾਰਗਰਟ ਥੈਚਰ ਲੰਬਾ ਸਮਾਂ ਪ੍ਰਧਾਨ ਮੰਤਰੀ ਰਹੇ ਆ, ਪਰ ਤੀਜੀ ਟਰਮ ਉਹਨਾਂ ਲਈ ਵੀ ਡਿਫਿਕਲਟ ਟਰਮ ਸੀਗੀ, ਤੇ ਇੱਕ ਮਤਲਬ ਕਿ ਕਿਉਂਕਿ ਬ੍ਰਿਟਿਸ਼ ਕਨਸਟੀਟਿਊਸ਼ਨ ਅਨਰਿਟਨ ਹੈਗਾ, ਮੈਂ ਸਮਝਦਾ ਵੀ ਇਹ ਕਨਵੈਨਸ਼ਨ ਕਾਹਨੂੰ ਬਣ ਜਾਣੀ ਜਿਹੜੀ ਡੇਵਿਡ ਕੈਮਰਨ ਨੇ ਸੈਟਅਪ ਕੀਤੀ ਹੈ ਕਿ ਕੋਈ ਵੀ ਜਿਹੜਾ ਪ੍ਰਾਈਮ ਮਿਨਿਸਟਰ ਆ 2-5 ਸਾਲ ਦੀਆਂ ਟਰਮਾਂ ਪੂਰੀਆਂ ਕਰੇ, ਵੱਧ ਨਹੀਂ। ਇਹ ਮਾੜੀ ਕਨਵੈਨਸ਼ਨ ਨਹੀਂ, ਕਿਉਂਕਿ ਆਪਾਂ ਸਾਰੇ ਇੰਸਟੀਟਿਊਸ਼ਨ ਵੀ ਕੰਮ ਕਰਦੇ ਹਾਂ, ਆਪਾਂ ਨੂੰ ਪਤਾ ਹੈ ਕਿ ਕਿਸੇ ਲੀਡਰ ਨੇ, ਕਿਸੇ ਵੀ ਲੀਡਰਸ਼ਿਪ ਨੇ, ਮੁਖੀ ਨੇ ਜੋ ਕੰਮ ਕਰਨਾ ਜਿਹੜਾ 10 ਸਾਲ ਨਹੀਂ ਕਰ ਸਕਦਾ, 10 ਸਾਲ ਤੋਂ ਬਾਅਦ ਵੀ ਨਹੀਂ ਕਰ ਸਕਦਾ ਹੁੰਦਾ। ਸੋ ਇਸ ਕਰਕੇ ਇਹ ਜਿਹੜੀ ਡਿਬੇਟ ਹੈਗਾ, ਕਿਉਂਕਿ ਜਿਹੜੇ ਨਾ ਪੱਖੀ ਹੈਗੇ ਆ ਉਹ ਬੋਰਿਸ ਜੌਨਸਨ ਸਾਹਮਣੇ ਆਇਆ ਹੈਗਾ, ਉਹਦਾ ਆਪਣਾ ਐਂਬੀਸ਼ਨ ਹੈਗਾ, ਉਹ ਕਿਉਂਕਿ ਚਾਹੁੰਦਾ ਹੈ ਕਿ ਜੇ ਅਗਰ ਕੈਮਰਨ ਇਹ ਰੈਫਰੈਂਡਮ ਹਾਰ ਜਾਂਦਾ ਤੇ ਉਹਨੂੰ ਪਾਰਟੀ ਲੀਡਰ ਬਣਨ ਦਾ ਮੌਕਾ ਮਿਲ ਜਾਂਦਾ। ਪਰ ਇਹ ਵੀ ਉਹਦਾ ਕਰਤਾਰ ਸਿੰਘ, some people are saying it's the kind of Boris Cameron sideshow, but Boris Johnson's made a huge gamble here, because ਜੇ ਉਹ ਹਾਰ ਜਾਵੇ then his political career is finished as well, isn't it? I would disagree. I think within the Conservative Party there is still a strong block of people who are pushing onto the further end of the right spectrum who would still support him, and therefore him taking that gamble of stepping forward
still puts him in a strong position of being. It's very similar to Tony Blair and Gordon Brown. There were two parts of the Labour Party, both with very, very strong backing. You couldn't knock one and take the other one out. But I think, touching on what Dr. Saber said, I think the narrative of the UKIP is built upon, and the far right is built upon the colonial past. And I think even now, when we look at Britain coming out of the EU, I think a lot of it is dependent on our bargaining position in the world that we are in today. And if we look at where we were when we joined the European Union, the economic partnership at that time, Britain was in a very, very difficult economic position. Germany and France were doing very, very strongly. I don't think that is the same now. If you look at the trading bloc of the European Union, it's probably decreasing in size. It's not growing, it's shrinking. So in the long term, the question is the European Union the Well, is it as simple as that? I mean, if you look at, say, the UKIP or the French National in France, certainly their origins were on the extreme right. But all of these new right parties in Europe seem to be talking both to the working class vote as well, a kind of resentment to bureaucracy, to the political class, as much as it is to their traditional kind of ideology of anti-immigration. So it's very. I think it's very interesting political phase developing across Europe. I personally believe that European Union, with or without UK, is still a very large economic market, and they have a very powerful industrial base. Especially Germany and France combined, they have, France is of course nuclear power, and Germany is leading in the manufacturing industry, and Netherlands, Belgium, others, of course, they have very strong service industry. Because world ਦੀ 25% market है, still European Union हैगी है, और UK ਦੀ ਜਿਹੜੀ export है, वो ਜਾਂਦੀ हैगी European Union ਦੇ ਵਿੱਚ. So in and out, the relationship here, that's going to stay very strong indeed. Yeah. But I think the main issue is issue migration ਦਾ ਜਾਂ ਮਤਲਬ ਪਈ ਬੈਂਕਿੰਗ ਦੀ ਡਾਊਨਟਰਨ ਤੋਂ ਬਾਅਦ ਅਨਐਮਪਲੋਇਮੈਂਟ ਵਧੀ ਹੈਗੀ ਹੈ, ਉਹਦੇ ਨਾਲ ਜਿਹੜੀ ਵਰਕਿੰਗ ਕਲਾਸ ਹੈਗੀ ਹੈ, ਖਾਸ ਕਰਕੇ ਜਿਹੜੀ ਯੂਥ ਹੈ, ਮਿਸਾਲ ਤੌਰ ਤੇ ਇਟਲੀ ਤੇ ਸਪੇਨ ਵਰਗੇ ਮੁਲਕਾਂ ਦੇ ਵਿੱਚ 25% ਯੂਥ ਅਨਐਮਪਲੋਇਡ ਹੈ. ਲਾਜ਼ਮੀ ਤੌਰ ਤੇ ਉਸ ਯੂਥ ਨੇ ਡਿਸਗਰੰਟਲਡ ਹੋ ਕੇ they will go for easy targets. Minorities and Asian black minority ethnic group becomes the target, and now of course Middle Eastern refugees become the target, and that in actual fact is one stumbling block or factor which could in actual fact affect the UK outcome on the 23rd of June quite significantly. If for example by that time, if the migration or asylum seekers issue becomes a volatile issue and people become very exercised by it, that could actually... Well, let's take that, because in some senses, if you go back to the origins of the European, it was born out of the Second World War, out of huge migration, refugee crisis, and of course, the far right fascist violence. So in some senses, some people are saying that, after, from 45, we're kind of to the same kind of point where, again, we're seeing huge cracks in the alliance. I think we are at another tipping point, and that is definitely developing. I would take the point about youth unemployment. If you look at Greece as well, massive amounts of unemployment and debt, and austerity has been a real big issue. And I think again the same thing in the 30s. We saw similar patterns. It's almost very, very strong parallels that we're getting. But I think alongside the far right, I think there's a growing growth in the far left as well. If we look at Jeremy Corbyn, strong support here. If we look at Bernie Sanders in America, again massive support. So I think what it is when you have crisis within any country, and the central ground lacks leadership, this is when the opportunity... Well, you mentioned Jeremy Corbyn, because I can remember, when I was a teenager involved in politics, and Tony Benn and the left were quite strong. They were violently opposed to, which was a common mark in those days. But somehow, during the kind of Blair's period, the Labour Party kind of flipped. I think again this is looking at Tony Blair and the New Labour. This was a shift from going from the far left and the cracks and divisions to a neoliberal party. To working closer to the centre. But I think if we look at the way it's shaping up at the moment and increasing the nationalist voice, the far right voice coming up across Europe, it is built upon economic deprivation, the working class being
displaced when we look at influence and engagement. It's building upon the narrative of immigration being the target. But the interesting thing is, if we look at economic migrants to the UK, the largest ones coming to England are the Irish, the German and the Poles. And let's say Irish and German have been long-standing, and the Poles have been less so. Of the Polish community that's in this country at the moment, most of them in terms of engaging in economic activity are working. And so if we look at the demographics, a lot of them are working, and they're working in low-skilled labour. Now, if we do come out of the EU and we push these migrants back out, all that creates for us is one, an increased opportunity of low-skilled work, but also it means that businesses who engage in trade are impacted because of the cost. Now, if we understand that, the benefit for the working classes are simply low-paid jobs, and the question is, are those people willing to take those jobs, or if they're taken out? Well, this is Sangha Sahab, very similar parallels with Punjab. ਜੇ ਆਪਾਂ ਥੋੜਾ ਜਿਹਾ ਪੰਜਾਬ ਦਾ ਇੱਥੇ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਐਕਸੈਸ਼ਨ ਸਟੇਟਸ ਈਸਟਰਨ ਯੂਰਪੀਅਨ ਸਟੇਟਸ EU ਦੇ ਵਿੱਚ ਆ ਗਈਆਂ ਸੀਗੀਆਂ ਤਾਂ ਕਿਉਂਕਿ ਉੱਥੇ ਅਨਪਲੋਇਮੈਂਟ ਵੀ ਜ਼ਿਆਦਾ ਸੀ ਤਾਂ ਉਹਨਾਂ ਕੋਲ ਸਕਿਲਡ ਲੇਬਰ ਸੀਗਾ ਜਿੱਦਾਂ ਪੋਲਿਸ਼ ਪਲੰਬਰਸ ਦੀ ਗੱਲ ਕਰਦੇ ਬਿਲਡਰਸ ਜਾਂ ਈਵਨ ਜਿਹੜੇ ਇੱਥੇ ਖੇਤਾਂ ਦੇ ਵਿੱਚ ਫਰੂਟ ਪਿਕਿੰਗ ਕਰਦੇ ਆ. And they've made a massive effect on the economy of this country. हाँ बिल्कुल. So same ਪੰਜਾਬ ਦੇ ਵਿੱਚ same issue ਆ ਜਦੋਂ ਬਿਹਾਰੀ ਪਈਆਂ ਉਹ ਤਾਂ ਪੈਰਲਲ ਹੈਗੇ ਨਾ. ਜਦੋਂ ਪੰਜਾਬ ਦੇ ਵਿੱਚ ਵੀ ਕਈ ਵਾਰੀ ਆਪਣੇ ਲੋਕੀ ਜਿਵੇਂ ਉਹ ਪੂਰਬੀ ਸਾਦੇ ਆ, ਪੂਰਬੀ ਮਾਈਗ੍ਰੈਂਟ ਲੇਬਰ ਆਈ ਹੈਗੀ ਹੈ, ਤੇ ਇਹ ਵੈਸੇ ਟਰਮ ਠੀਕ ਨਹੀਂ ਹੈਗੀ ਵਰਤਣੀ, ਕਿਉਂਕਿ ਜਿਹੜੀ ਇੰਟਰਨਲ ਇੰਡੀਆ ਦੇ ਵਿੱਚ ਮਾਈਗ੍ਰੇਸ਼ਨ ਹੈ, ਐਵਰ ਰਾਈਜ਼ਿੰਗ ਮਾਈਗ੍ਰੇਸ਼ਨ ਹੈਗੀ ਆ. ਪੰਜਾਬ ਦੇ ਵਿੱਚ ਖਾਸ ਕਰਕੇ ਐਗਰੀਕਲਚਰ ਲੇਬਰ ਜਿਹੜੇ ਹੈਗੇ ਆ ਉਹ ਕਾਫੀ ਗਿਣਤੀ ਦੇ ਵਿੱਚ ਵੱਡੇ ਸ਼ਹਿਰਾਂ ਦੁਆਲੇ ਉਹ ਯੂਪੀ ਤੇ ਬਿਹਾਰ ਦੇ ਵਿੱਚੋਂ ਆਉਂਦੇ ਹੈਗੇ ਆ. ਹੁਣ ਤਾਂ ਸੈਟਲ ਵੀ ਹੋ ਜਾਂਦੇ ਆ, ਤੇ ਉਹਦੀ ਵਜ੍ਹਾ ਇਹ ਹੈਗੀ ਆ ਕਿ ਆਪਣੇ ਕਿਸਾਨਾਂ ਦੇ, ਜ਼ਿਮੀਂਦਾਰਾਂ ਦੇ ਜਾਂ ਮਿਡਲ ਕਲਾਸ ਦੇ ਜਿਹੜੇ ਬੱਚੇ ਆ ਉਹ ਪ੍ਰੈਕਟੀਕਲ ਹੱਥੀਂ ਜਿਹੜੀ ਲੇਬਰ ਆ, ਡਿਗਨਿਟੀ ਆਫ ਲੇਬਰ ਜਿਹੜੀ ਉਹ ਨਾ ਸਮਝ ਕੇ ਉਹ ਨਹੀਂ ਕੰਮ ਕਰਦੇ, ਉਹ ਬਾਹਰਲੇ ਘਰ. ਇੱਥੇ ਵੀ ਐਵੇਂ ਹੈਗੇ ਆ. ਮਿਸਾਲ ਦੇ ਤੌਰ ਤੇ ਆਪਣੀ ਹੁਣ ਸੈਕੰਡ, ਥਰਡ, ਫੋਰਥ ਜਨਰੇਸ਼ਨ ਇਸ ਮੁਲਕ ਦੇ ਵਿੱਚ ਹੈਗੀ ਆ. ਆਪਣੇ ਜਿਹੜੇ ਬੱਚੇ ਆ ਉਹ ਵੀ ਪ੍ਰੋਫੈਸ਼ਨਲ ਜੌਬ ਚਾਹੁੰਦੇ ਹੈਗੇ ਆ. ਥੋੜੀ ਬਹੁਤ ਵੀ ਜੇ ਐਜੂਕੇਸ਼ਨ ਹੈਗੀ ਹੈ ਤਦ ਵੀ ਚਾਹੁੰਦੇ ਵੀ ਸਾਡੇ ਕੋਲ ਚੰਗੀ ਜੌਬ ਹੋਵੇ, ਤੇ ਨਹੀਂ ਤਾਂ this is the big difference, isn't it, Kartar Singh? In UK, you have the low paid, and that sector's increased. Care work and manual work. But we also have higher skilled, blue collar work and professional. So in some senses, those people of indigenous communities who ਜਿਹੜੇ ਕਹਿੰਦੇ ਸੀ ਅਸੀਂ ਹੁਣ ਗੰਦੇ ਕੰਮ ਨਹੀਂ ਕਰਨਾ ਹੈ, they can move into and that hasn't happened in Punjab, where in a sense the new middle classes haven't got any work. That's the key difference there, isn't it? ਹਾਂ, ਉਹ ਮਤਲਬ ਇਹ ਡਿਫਰੈਂਟ ਆਪਣੇ ਵਿੱਚ ਡਿਬੇਟ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਉਹਦੀ ਅਟਰੈਕਸ਼ਨ ਵਾਸਤੇ, ਜਿਵੇਂ ਆ ਰੀਸੈਂਟਲੀ ਮਤਲਬ ਕਿ ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀਗਾ ਜਿਹੜੀਆਂ ਇਨਵੈਸਟਮੈਂਟ ਸਮਿਟ ਹੋਈਆਂ, ਉਹ ਮਤਲਬ ਕਿ ਸਵਾਲ ਹੈਗਾ ਕਿ ਜਿਹੜੇ MOG ਸਾਨ ਹੋਏ ਉਹ ਮਟੀਰੀਅਲਾਈਜ਼ ਹੁੰਦੇ ਜਾਂ ਨਹੀਂ ਹੁੰਦੇ. ਇੰਡਸਟਰੀ ਦੀ ਬਹੁਤ, ਪਰ ਆਪਾਂ ਜਿਹੜੇ ਵਿਊਅਰਸ ਹੈ ਉਹਨਾਂ ਦੇ ਤਸੱਲੀ ਵਾਸਤੇ ਜਿਹੜਾ ਆਪਣਾ ਮੇਨ ਟੌਪਿਕ ਹੈ ਗੱਲ ਦਾ ਮਾਈਗ੍ਰੇਸ਼ਨ ਦੀ ਹੈ. ਪਰ ਮੈਂ ਉੱਥੇ ਆ ਰਿਹਾ ਸੀ, ਜਿੱਦਾਂ ਜੇ ਪੰਜਾਬ 'ਚ ਆਪਾਂ ਕਹਿ ਦਈਏ ਚਲੋ ਬਿਹਾਰੀ ਪਈ ਹੈ ਸਾਡੇ, that would lead to the collapse of the Punjab economy. Some people are saying you'd have a similar situation here. You'd lead to a collapse of our economy. Well, I think we have to recognise that throughout history, from post-Second World War, it's been migration and immigration that has key factor kept the economy afloat. If we look at the Afro-Caribbean contributions to the NHS, African businessmen, Punjabis, Indians coming in, Pakistanis coming in, we've contributed hugely, and I think a study was done into the impact or benefit of even illegal immigrants who contribute towards the economy of the country. It is still, although it's small, it is quite significant, and based on how but it's a net take out, it's a net profit. It's a net. Why then is UKIP and Farage still playing this kind of is it just purely racist xenophobia, or are they offering economic arguments as well? Well, I think their economic arguments are not, they don't really hold water. I think this is part of a narrative, because if we think of the EU issue, people are not going to think about it on the statistics and the facts. They're going to take it by emotion. And if you build a furor of emotion that these migrants are coming here taking our jobs, Europe is ceding our powers, we have no control, and you push this voice that actually we are a very strong nation, we should be a proud nation. It's the same things that happened in Nazi Germany, hyperinflation, the economy is going very badly, we don't feel like we have much control. And so there are very close parallels. I'm not calling Nigel Farage anything like Hitler, but I'm saying there are very strong parallels. So I mean, what we're saying, in some sense, what Kartar Singh is,
the problem is there's a genuine problem. But the solution really doesn't kind of like cohere with the problem. The solution is just old-fashioned xenophobia. I think currently Germany took the lead, Yeah. and Angela Merkel, in actual fact, now de facto European leader, she knows very well demographics are against Germany because the proportion of younger population is shrinking and the proportion of older population is expanding. And especially with the merger of East and West Germany, they do need to develop East Germany quite significantly. That's why she actually quite positively made welcoming gesture towards So you think it Middle was a Eastern. cynical economic argument? I think there's an economic argument. They actually genuinely need some younger age group labor and labor of the future. And likewise, in Britain, we need care workers, for example. Yeah. Older population, 12, 13 million, and will grow further. And in these countries, you have acute need of hospitality workers, care workers, manual workers, and so forth. And in actual fact, if we connect our migration from Punjab and other areas to UK, like Kartar Singh has said, during 50s, 60s and 70s, foundries, factories, steel mills, chemical industry, clothing industry, ਉਹਦੇ ਵਿੱਚ ਆਪਾਂ ਲੋਕੀ ਜੌਬਾਂ ਕਰਦੇ ਸੀਗੇ। ਬਿਲਕੁਲ। ਉਹ ਕਲੈਪਸ ਹੋਣ ਦੇ ਨਾਲ ਕਿਉਂਕਿ ਇੰਡੋਨੇਸ਼ੀਆ, ਟਰਕੀ, ਸਾਊਥ ਅਫਰੀਕਾ, ਇੰਡੀਆ ਐਕਸਪੈਂਡ ਹੋਣ ਲੱਗ ਪਏ ਮੈਨੂਫੈਕਚਰਿੰਗ ਦੇ ਵਿੱਚ। ਯੂਰਪੀਅਨ ਯੂਨੀਅਨ ਦੇ ਵਿੱਚ ਉਸ ਵੇਲੇ ਬ੍ਰਿਟਨ ਤੇ ਪ੍ਰੈਸ਼ਰ ਬਣਨ ਲੱਗ ਪਿਆ ਕਿਉਂਕਿ ਮਾਰਕੀਟ ਬਾਅਦ ਕਲੈਪਸ ਹੋਣ ਲੱਗ ਪਈ ਸੀ। ਹੁਣ ਤਾਂ ਕਹਿੰਦੇ ਵੀ ਅਸੀਂ ਸਾਰੇ ਵਰਲਡ ਦੇ ਵਿੱਚ ਸਮਾਨ ਵੇਚ ਸਕਦੇ ਹਾਂ, ਪਰ ਇਹਨੇ ਯੂਰਪੀਅਨ ਯੂਨੀਅਨ 70 ਦੇ ਵਿੱਚ ਇਸ ਕਰਕੇ ਜੁਆਇਨ ਕੀਤੀ ਸੀ ਕਿਉਂਕਿ ਜਿਹੜੀ ਬ੍ਰਿਟਿਸ਼ ਇਕਨੋਮੀ ਹੈ ਉਹ ਡਿਕਲਾਈਨ ਜਾਣ ਲੱਗ ਪਈ ਸੀਗੀ। ਔਰ ਆਪਣੇ ਲੋਕਾਂ ਨੂੰ ਖਾਸ ਕਰਕੇ ਇਹ ਬੜੀ ਇੰਪੋਰਟੈਂਟ ਪੁਆਇੰਟ ਹੈਗਾ ਡਾਕਟਰ ਸਾਹਿਬ ਕਿ 70s ਦੇ ਵਿੱਚ ਜਿਹੜੇ ਲੋਕ ਆਪਾਂ ਇੰਡਸਟਰੀ 'ਚ ਕੰਮ ਕਰਦੇ ਸੀਗੇ ਉਸ ਵੇਲੇ ਜਿਹੜੀ ਰੀਸਟਰਕਚਰ ਹੋਣ ਲੱਗ ਪਈ ਸੀਗੀ 75 ਦੇ ਵਿੱਚ ਐਡਵਰਡ ਹੀ ਤੇ ਪੋਂਪੀਡੀਓ ਨੇ ਐਗਰੀਮੈਂਟ ਕਰਕੇ UK 'ਚ 75 ਰੈਫਰੈਂਡਮ ਹੋਇਆ ਤੇ ਆਪਾਂ ਯੂਰਪੀਅਨ ਯੂਨੀਅਨ ਉਹਦੇ ਨਾਲ ਰੀਸਟਰਕਚਰਿੰਗ ਫੰਡ ਇੰਨੇ enormously ਇੱਥੇ ਆਏ ਸੀਗੇ। ਬਲੈਕ ਕੰਟਰੀ ਜਿਹਦਾ ਟੀ ਸਾਈਡ ਏਰੀਆ ਜਾਂ ਜਿਹੜੇ ਡਿਕਲਾਈਨਿੰਗ ਏਰੀਆ ਸੀਗਾ ਲੰਡਨ ਦੇ ਵੀ ਉੱਥੇ ਸਬਸਿਡੀ ਹਿਊਜ ਮਤਲਬ ਕਿ ਬਿਲੀਅਨਸ ਆਫ ਅਸਲ ਵਿੱਚ ਆਪਾਂ ਕਿਉਂਕਿ ਉਦੋਂ ਕਿਉਂਕਿ ਹੁਣ ਅਸੀਂ ਬ੍ਰੇਕ ਹੋ ਜਾਣਾ ਯੂਰਪੀਅਨ ਐਕਨੋਮਿਕ ਕਮਿਊਨਿਟੀ ਸੀ। ਹਾਂਜੀ। ਔਰ ਉਹਦਾ ਜਿਹੜਾ ਮੇਨ ਮਿਸ਼ਨ ਹੈ ਸੀ ਜਿਹਦਾ ਸਦਰਨ ਯੂਰਪ ਦੇ ਵਿੱਚ ਜਿੱਦਾਂ ਸਪੇਨ, ਪੋਰਚੁਗਲ ਜਿਹੜੀਆਂ ਬਹੁਤ ਗਰੀਬ ਕੰਟਰੀ ਥਰਡ ਵਰਲਡ ਔਰ ਇੱਥੇ ਦੇ ਜਿਹੜੀ ਇੰਡਸਟਰੀਅਲ ਏਰੀਆਜ਼ old industrial, and that was the idea to equalize, therefore we can create growth. So ਆਪਾਂ ਹੁਣ break ਵੱਲ ਜਾਵਾਂਗੇ ਔਰ break ਤੋਂ ਬਾਅਦ ਅਸੀਂ ਥੋੜਾ ਜਿਹਾ ਇਹਨੂੰ ਹੁਣ ਹੋਰ ਡੂੰਘਾਈ 'ਚ ਜਾਵਾਂਗੇ। We've just kind of touched on some of the key issues. Some of the history as well. We'll go to the history and we'll look at the scale of the EU as well. So break ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਤਾਂ ਅਸੀਂ ਉਸ ਤੋਂ ਬਾਅਦ ਫਿਰ ਜੋ ethnic minorities ਨੂੰ ਕਿਹੜੀ ਇਫੈਕਟ ਹੋਊਗੀ ਔਰ ਸਿੱਖਾਂ ਨੂੰ ਵੀ ਕੀ ਇਫੈਕਟ ਇਹਦੇ ਬਾਰੇ ਵੀ ਆਪਾਂ ਵਿਚਾਰ ਕਰੂੰਗੇ। ਸੋ ਆਓ ਹੁਣ ਆਪਾਂ ਬ੍ਰੇਕ ਵੱਲ ਜਾਂਦੇ ਹਾਂ। ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਡਿਸਕਸ਼ਨ ਜਾਰੀ ਰੱਖਾਂਗੇ ਜੀ। ਵਾਹਿਗੁਰੂ ਜੀ। ਉਹ ਤੁਹਾਨੂੰ ਕੌਮ ਮੰਨਦੇ ਹੀ ਨਹੀਂ। ਫਿਰ ਜਦੋਂ ਤੁਹਾਡੇ ਬੱਚੇ ਦਾ ਵਿਆਹ ਹੁੰਦਾ ਹੈ ਤੁਹਾਡੇ ਹੱਥ ਵਿੱਚ ਹਿੰਦੂ ਮੈਰਿਜ ਐਕਟ ਫੜਾਉਂਦੇ ਆ। ਘੱਟੋ ਘੱਟ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਜਿਹੜੀ ਹੈ ਉਹ ਤਾਂ ਅਸੀਂ ਸਰਬੱਤ ਖਾਲਸੇ ਰਾਹੀਂ ਕਰ ਰਹੀ ਹੈ। ਜਥੇਦਾਰ ਹੀ ਸਰਕਾਰਾਂ ਤੋਂ ਆਪਣੀ ਜਾਨ ਦੀ ਹਿਫਾਜ਼ਤ ਮੰਗਣਗੇ ਤੇ ਆਮ ਸਿੱਖ ਦੀ ਉੱਥੇ ਸਥਿਤੀ ਕੀ ਹੋਊ। ਕਈ ਕਿਸਮ ਦੇ ਮੁੱਦੇ, ਕਈ ਕਿਸਮ ਦੇ ਮਸਲੇ, ਕਦੀ ਸਾਡੀ ਕੌਮ ਦੇ ਉੱਤੇ ਹਮਲਾ, ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਹਰ ਰੋਜ਼ ਇੱਕ ਮੁੱਦਾ ਸਾਡੀ ਕੌਮ ਦੇ ਵਿੱਚ ਕਿਉਂ ਉਠਾ ਦਿੱਤਾ ਜਾਂਦਾ ਹੈ? ਕਿਉਂ ਹਰ ਰੋਜ਼ ਉਹ ਲੋਕ ਜਿਹੜੇ ਸਾਡੀ ਕੌਮ ਤੇ ਹਮਲਾ ਕਰਦੇ ਨੇ ਉਹਨਾਂ ਦੇ ਲਈ ਅਸੀਂ ਇੱਕ ਲਾਮਬੰਦ ਮੁੱਠਬੰਦ ਕਿਉਂ ਨਹੀਂ ਹੋ ਰਹੇ? ਆਓ ਸਾਡੇ ਪਾਸ ਇੱਕ ਸਟੇਜ ਹੈ, ਸਾਡਾ ਆਪਣਾ ਚੈਨਲ ਅਕਾਲ ਚੈਨਲ। ਇਸ ਦੇ ਉੱਤੇ ਬੈਠ ਕੇ ਤੁਸੀਂ ਔਰ ਮੈਂ ਇਹਨਾਂ ਮੁੱਦਿਆਂ ਨੂੰ ਸਮਝੀਏ, ਇਹਨਾਂ ਮੁੱਦਿਆਂ ਨੂੰ ਸੁਲਝਾਈਏ। ਹਰ ਵੀਰਵਾਰ 8 ਤੋਂ 9 ਮੈਂ ਆਪ ਜੀ ਦਾ ਦਾਸ ਸ਼ਾਮ ਦੇ ਵਕਤ ਮੁੱਦੇ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਿਆ ਕਰਾਂਗਾ। ਆਪ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਦਾਸ ਦਾ ਸਾਥ ਦੇਣਾ।
ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਅਕਾਲ ਚੈਨਲ ਦੇ ਦਰਸ਼ਕਾਂ ਨੂੰ, ਦੁਨੀਆ ਭਰ ਦੇ ਦਰਸ਼ਕਾਂ ਨੂੰ ਸਵਾਗਤ ਕਰਦੇ ਹਾਂ। ਅੱਜ ਦਾ ਜੋ ਵਿਸ਼ੇਸ਼ ਪ੍ਰੋਗਰਾਮ ਸਿੱਖ ਥਿੰਕ ਟੈਂਕ ਦੇ ਉੱਪਰ ਅਸੀਂ ਯੂਰਪੀਅਨ ਯੂਨੀਅਨ ਦੇ ਬਾਰੇ ਅੱਜ ਵਿਚਾਰ ਕਰਦੇ ਹਾਂ। ਸੋ ਸਾਡਾ ਲਾਸਟ ਥਰਡ ਹੈਗਾ ਪ੍ਰੋਗਰਾਮ ਦਾ, ਸਾਡੇ ਕੋਲ 10 ਮਿੰਟ ਹੋਰ ਹੈਗੇ। ਹੁਣ ਅਸੀਂ ਫੋਕਸ ਕਰਨੀ ਸਿੱਖਾਂ ਦੇ ਫੋਕਸ ਕਰਨੀ ਵੀ ਸਿੱਖਾਂ ਨੂੰ ਕੀ ਇਫੈਕਟ ਹੋ ਸਕਦੀ। ਸੰਘਾ ਸਾਹਿਬ, ਆਪਾਂ ਗੱਲ ਕਰਦੇ ਸੀ ਵੀ ਪਿਛਲੇ 20 25 30 ਸਾਲਾਂ 84 ਤੋਂ ਬਾਅਦ ਕਾਫੀ ਸਿੱਖ ਯੂਰਪ ਦੇ ਵਿੱਚ ਵੀ ਵਸਦੇ ਆ, ਔਰ ਯੂਰਪ ਦੇ ਵਿੱਚੋਂ ਵੀ ਕਈ ਵਾਰੀ ਯੂਕੇ ਵਿੱਚ ਵੀ ਆ ਰਹੇ ਆ ਫਰੀडम ਮੂਵਮੈਂਟ। ਜੇ ਯੂਕੇ ਵਿਦਡਰਾ ਕਰ ਜਾਂਦੀ ਹੈ ਤਾਂ ਕੀ ਯੂਰਪ ਦੇ ਸਿੱਖਾਂ ਤੇ ਕੀ ਇਫੈਕਟ ਪੈ ਸਕਦੀ ਆ? ਕਿਉਂਕਿ ਕਾਫੀ ਸਾਡੇ ਵਿਊਅਰ ਵੀ ਇਹਦੇ ਬਾਰੇ ਸੋਚਦੇ ਹੋਣਗੇ। ਦੇਖੋ, ਜਰਮਨੀ, ਫਰਾਂਸ, ਇਟਲੀ ਤੇ ਹੋਰਨਾਂ ਮੁਲਕਾਂ ਦੇ ਵਿੱਚ ਰਲਾ ਮਿਲਾ ਕੇ ਤਕਰੀਬਨ 2 ਤੋਂ 2.5 ਲੱਖ ਸਿੱਖ ਇਸ ਵੇਲੇ ਯੂਰਪ ਦੇ ਵਿੱਚ ਵਸਦੇ ਆ। ਹੋਰ ਪੰਜਾਬੀ ਜ਼ਿਆਦਾ ਮੈਂ ਜਿਹੜਾ ਮੇਰਾ ਐਸਟੀਮੇਟ ਹੈ 3-4 ਮੇਰਾ ਕੰਜ਼ਰਵੇਟਿਵ ਐਸਟੀਮੇਟ ਹੈਗਾ, ਕਿਉਂਕਿ ਰਿਲਾਇਬਲ ਫਿਗਰਸ ਆਪਣੇ ਪਾਸ ਨਹੀਂ ਅਵੇਲੇਬਲ, ਤੇ ਇਹਨਾਂ ਐਸਟੀਮੇਟ ਰੱਖ ਲਓ ਤੁਸੀਂ, 3 ਲੱਖ ਤੇ ਰੱਖ ਲਓ। ਮੇਨ ਗੱਲ ਇਹ ਹੈਗੀ ਹੈ ਕਿ ਆਪਾਂ ਨੂੰ ਇਹ ਪਤਾ ਵੀ ਆਪਣੇ ਲੋਕ ਜਿਹੜੇ ਮੁਲਕ ਛੱਡ ਕੇ ਬਾਹਰ ਆਉਂਦੇ ਆ, ਉਹਨਾਂ ਦਾ ਅਲਟੀਮੇਟਲੀ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਜਾਂ ਅਸੀਂ ਵਿਲਾਇਤ ਜਾਣਾ, ਜਾਂ ਕੈਨੇਡਾ ਜਾਣਾ, ਜਾਂ ਅਮਰੀਕਾ ਜਾਣਾ। ਕੈਨੇਡਾ ਅਮਰੀਕਾ ਤਾਂ ਆਲਮੋਸਟ ਪੋਸੀਬਲ ਨਹੀਂ। ਯੂਰਪੀਅਨ ਯੂਨੀਅਨ ਦੇ ਵਿੱਚ ਆਪਣੇ ਲੋਕੀ ਹੈਗੇ ਆ ਜਿਨ੍ਹਾਂ ਦੇ 7 ਤੋਂ 9 ਸਾਲ ਤੱਕ ਜੋ ਵੀ ਹੈਗਾ ਰੈਗੂਲੇਟਰੀ ਅਰੇਂਜਮੈਂਟ, ਜਦੋਂ ਇੰਨੇ ਸਾਲ ਪੂਰੇ ਹੋ ਜਾਂਦੇ ਆ ਫਿਰ ਉਹ ਫਰੀडम ਮੂਵਮੈਂਟ ਹੋ ਜਾਂਦੀ ਆ। ਉਹਦੇ ਆਧਾਰ ਤੇ ਬਹੁਤ ਸਾਰੇ ਆਪਣੇ ਸਿੱਖ ਫੈਮਲੀਆਂ ਮਿਸਾਲ ਤੌਰ ਤੇ ਇਟਲੀ ਤੋਂ, ਸਪੇਨ ਵਗੈਰਾ ਤੋਂ ਇੱਥੇ ਆਉਂਦੀਆਂ ਹੈਗੀਆਂ। ਮਿਸਾਲ ਦੇ ਤੌਰ ਤੇ ਆਪਣੇ ਲੋਕਲ ਗੁਰਦੁਆਰਾ ਸਾਹਿਬ ਮਨਾਈ ਲੈਂਦੇ, ਉੱਥੇ ਮਤਲਬ ਤੁਸੀਂ ਜਾਓ ਤੇ ਕੁਝ ਪਰਿਵਾਰ ਵਿਜ਼ੀਬਲ ਹੈਗੇ ਪਏ ਇਟਲੀ ਤੋਂ ਨਵੇਂ ਆਏ ਹੈਗੇ ਆ, ਤੇ ਜਿਹੜੇ ਪੁਰਾਣੇ ਇੱਥੇ ਆਪਣੇ ਸੈਟਲ ਹੈਗੇ ਸਿੱਖ ਉਹਨੂੰ ਕਈ ਰਿਜ਼ੈਂਟ ਵੀ ਕਰਦੇ ਆ ਵੀ ਇਹ ਸਾਡੇ ਨਾਲ ਵੱਖਰੇ ਹੈਗੇ ਆ। ਹਾਂਜੀ ਬਿਲਕੁਲ, ਅੱਛਾ ਇੰਟਰਸਟਿੰਗ ਗੱਲ ਹੈਗੀ ਆ ਕਿ ਇਹਦੇ ਵਿੱਚ ਆਪਣੇ ਲੋਕੀ ਇਹ ਵੀ ਸਵਾਲ ਕਰਦੇ ਆ ਕਿ ਆਪਣੀ ਸਿੱਖ ਕਮਿਊਨਿਟੀ ਦੀ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਥੋੜ੍ਹੀ ਜਿਹੀ ਇੰਟੈਗ੍ਰਿਟੀ ਦੀ ਲੋੜ ਹੈਗੀ ਆ, ਕਿਉਂਕਿ ਪਿੱਛੇ ਜੇ ਆਪਾਂ ਨੂੰ ਪਤਾ ਹੈਗਾ ਵੀ ਆਪਣੀਆਂ ਸਿੱਖ ਆਰਗੇਨਾਈਜੇਸ਼ਨ ਨੇ ਹੋਮ ਆਫਿਸ ਤੋਂ ਗ੍ਰਾਂਟਾਂ ਲੈ ਕੇ ਤੇ ਸਿੱਖਾਂ ਨੂੰ ਵਲੰਟਰੀ ਡਿਪੋਰਟੇਸ਼ਨ ਲਈ ਇਨਕਰੇਜ ਕੀਤਾ। ਇਹਦੇ ਤੇ ਕਾਫੀ ਕ੍ਰਿਟਿਸਿਜ਼ਮ ਹੋਇਆ ਸੀਗਾ। ਜੇ ਮਤਲਬ ਇਹ ਦੇਖੀਏ ਤਾਂ ਇਹ ਇਨ ਐਕਚੁਅਲ ਫੈਕਟ ਅਜਿਹਾ ਪ੍ਰੋਸੈਸ ਹੈ ਜੇ ਯੂਰਪੀਅਨ ਯੂਨੀਅਨ ਜਾਂ ਯੂਕੇ ਗਵਰਨਮੈਂਟ ਅਡਾਪਟ ਕਰ ਲਵੇ, ਇਹਨੂੰ ਗਾਂ ਕੰਪਲਸਰੀ ਵੀ ਕੀਤਾ ਜਾ ਸਕਦਾ, ਕਿਉਂਕਿ ਜੇ ਮਤਲਬ ਇਹ ਪਿਰਤ ਪੈ ਜਾਵੇ। ਸੋ ਆਪਾਂ ਨੂੰ ਇੱਕ ਤਾਂ ਇਹ ਆਪਣੇ ਲੋਕਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਉਹ ਮਤਲਬ ਇਹ ਗਵਰਨਮੈਂਟ ਦੀ ਗ੍ਰਾਂਟ ਜਾਂ ਕੋਈ ਵੀ ਇਨਸੈਂਟਿਵ ਹੋਵੇ, ਉਹਦੇ ਜਿਹੜੇ ਅਲਟੀਮੇਟ ਕੰਸੀਕੁਐਂਸਿਸ ਹੈ ਲੋਕਾਂ ਵਾਸਤੇ, ਚਾਹੇ ਕੋਈ ਅਸਾਈਲਮ ਸੀਕਰ ਆ, ਚਾਹੇ ਕੋਈ ਗੈਰ ਕਾਨੂੰਨੀ ਆਇਆ ਹੋਇਆ, ਚਾਹੇ ਕੋਈ ਦੇਰ ਦਾ ਆਇਆ, ਜੇ ਕੋਈ ਪਾਸਪੋਰਟ ਨਹੀਂ ਜਾਂ ਰੈਗੂਲਰਾਈਜ਼ ਨਹੀਂ ਹੋਇਆ, ਉਹਨਾਂ ਵਾਸਤੇ ਬਹੁਤ ਡੀਪ ਇੰਪਲੀਕੇਸ਼ਨਸ ਹੈਗੀਆਂ। ਕਿਉਂਕਿ ਆਪਾਂ ਤਾਂ ਤਕਰੀਬਨ 60, 70, 80 ਦੇ ਵਿੱਚ ਇਹ ਕੰਪੇਨ ਕਰਦੇ ਰਹੇ ਹਾਂ ਵੀ ਜਿਹੜੇ ਲੋਕੀ ਇੱਥੇ ਜਿਵੇਂ ਵੀ ਪਹੁੰਚ ਗਏ ਉਹਨਾਂ ਨੂੰ ਤੁਸੀਂ ਆਪਣੇ ਜਨਰਲ ਐਮਨੈਸਟੀ ਦੇ ਕੇ ਰੈਗੂਲਰਾਈਜ਼ ਕਰੋ। ਤੇ ਹੁਣ ਵੀ ਜਿਹੜੀ ਪੋਜੀਸ਼ਨ ਇਹ ਹੈਗੀ ਆ ਕਿ ਜਿਹੜੇ ਲੋਕੀ ਕੰਮ ਕਰਦੇ ਆ, ਇਹਨਾਂ ਦੇ ਪਰਿਵਾਰ ਇੱਥੇ ਹੈਗੇ ਆ, ਜਿਹੜਾ ਸਟੇਟ ਤੇ ਕੋਈ ਭਾਰ ਨਹੀਂ ਪਾਉਂਦੇ, ਉਹ ਸਟੇਟ ਲਈ ਬੈਨੀਫਿਟ ਹੈ, ਸੋਸਾਇਟੀ ਲਈ ਬੈਨੀਫਿਟ ਆ, ਉਹਨੂੰ ਤੁਸੀਂ ਰੈਗੂਲਾਈਜ਼ ਕਰ ਦਿਓ। ਠੀਕ ਹੈ, ਨਵੇਂ ਤੇ ਪਾਬੰਦੀ ਲਾ ਦਿਓ, ਫਿਰ ਨਵੇਂ ਨਾ ਆਉਣ ਦਿਓ, ਪਰ ਮੇਨ ਗੱਲ ਹੈ ਕਿ ਵੀ ਜੇ ਯੂਕੇ ਬਾਹਰ ਨਿਕਲ ਜਾਂਦਾ ਤੇ ਜਿਹੜੇ ਯੂਰਪੀਅਨ ਯੂਨੀਅਨ ਦੇ ਵਿੱਚ ਵਸਦੇ ਆ ਉਹਨਾਂ ਵਾਸਤੇ ਦਰਵਾਜ਼ਾ ਬੰਦ ਹੋ ਜਾਂਦਾ, ਉਹ ਗਾਂ ਨੂੰ ਮਤਲਬ ਵੀ ਯੂਕੇ ਨਹੀਂ ਐਂਟਰ ਕਰ ਸਕਣਗੇ। ਉਹਦੀ ਇਹਦੀ ਇੰਪਲੀਕੇਸ਼ਨ ਹੈਗੀ ਆ ਜੀ ਡਾਕਟਰ ਸਾਹਿਬ ਵੀ ਜਿਹੜੇ ਆਪਣੇ ਅਸਾਈਲਮ ਲੈ ਕੇ ਇੱਥੇ ਬੈਠੇ ਆ ਉਹ ਵੀ ਨਹੀਂ ਯੂਰਪ ਜਾ ਸਕਦੇ, ਦੋ ਹੀ ਪਾਸੇ। ਤੇ ਰੀਸੈਂਟਲੀ ਆਪਾਂ ਜਿਹੜੇ ਲਿਟੀਗੇਸ਼ਨਸ ਜਾਂ ਮਤਲਬ ਅਸਾਈਲਮ ਸੀਕਿੰਗ ਦੀ ਪ੍ਰੋਬਲਮ ਦੇਖੀਏ ਕਿਵੇਂ ਰਿਜ਼ੋਲਵ ਹੁੰਦੀ ਹੈ, ਸਿਰਫ ਮਤਲਬ ਕਿ ਜਿਹੜਾ ਯੂਰਪੀਅਨ ਕੋਰਟ ਆਫ ਜਸਟਿਸ ਹੈਗਾ ਉਹਦੀ ਐਗਜ਼ਿਸਟੈਂਸ ਤੇ ਯੂਰਪੀਅਨ ਰੈਗੂਲੇਟਰੀ ਫਰੇਮਵਰਕ ਕਰਕੇ ਹੀ ਇਹ ਮੂਵਮੈਂਟ ਪੋਸੀਬਿਲਿਟੀ ਹੈਗੀਆਂ। ਇਹ ਨਾ ਹੋਣ ਤਾਂ ਆਪਣੇ ਲੋਕਾਂ ਤੇ ਤੁਹਾਡੇ ਕੰਕਲੂਜਨ ਦੇ ਵਿੱਚ ਹਰ ਹਾਲ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਜਾਂ ਮਿਨੋਰਟੀ ਕਮਿਊਨਿਟੀ ਜਾਂ ਯੂਕੇ ਦੇ ਵਿੱਚ ਆ ਜਾਂ ਬਾਹਰ ਬੈਠੀ ਆ, ਆਪਾਂ ਨੂੰ ਇਹ ਕੰਪੇਨ ਕਰਨੀ ਚਾਹੀਦੀ ਵੀ ਯੂਕੇ ਯੂਰਪ ਦੇ ਵਿੱਚ ਰਵੇ। ਬਿਲਕੁਲ, ਔਰ ਇਹਦੇ ਨਾਲ ਇਹ ਵੀ ਹੈ ਕਿ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਇੱਥੇ ਆਪਣੇ ਕੁਝ ਆਰਗੇਨਾਈਜੇਸ਼ਨਸ ਆਲਰੇਡੀ ਇਹ ਚੰਗਾ ਕੰਮ ਆ, ਕੰਪੇਨ ਕਰਨੀ ਚਾਹੀਦੀ ਹੈ ਔਰ ਇਹਨੂੰ ਹੋਰ ਮਤਲਬ ਪ੍ਰਮੋਟ ਕਰਨਾ ਚਾਹੀਦਾ, ਪਰ ਇੰਟੈਗ੍ਰਿਟੀ ਆਪਣੀ ਪੋਲਿਟਿਕਸ ਦੇ ਵਿੱਚ ਮੈਂ ਕਿਹਾ ਪਿਆਉਣੀ ਚਾਹੀਦੀ ਹੈ। ਕਿਉਂਕਿ ਜੇ ਦੇਖੀਏ ਵੀ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਕਿਸਾਨਾਂ ਲਈ ਵੱਡੀ ਮਾਰਕੀਟ ਆ ਤੇ ਲੇਬਰ ਮੂਵਮੈਂਟ ਹੈ, ਉਹਦੇ ਲਈ ਸਾਨੂੰ ਫਾਇਦਾ ਹੈਗਾ, ਸਾਰੇ ਪੰਜਾਬ ਨੂੰ ਨੌਕਰੀ ਨਹੀਂ ਮਿਲ ਸਕਦੀ, ਇੱਥੇ ਵੀ ਇਵੇਂ ਹੈਗਾ ਯੂਰਪ ਦੇ ਵਿੱਚ। ਸੋ ਮੇਰਾ ਮਤਲਬ ਕਹਿਣ ਦਾ ਵੀ ਅਸੀਂ ਆਈਸੋਲੇਸ਼ਨਿਸਟ ਜਿਹੜੀ ਸੈਪਰੇਟਿਸਟ ਪੋਲਿਟਿਕਸ ਆ ਉਹ ਗਾਂ ਵਰਲਡ ਦੇ ਵਿੱਚ ਕਾਮਯਾਬ ਨਹੀਂ ਹੋਣੀ, ਨਹੀਂ ਤਾਂ ਅਸੀਂ ਟਾਰਗੇਟ ਬਣ ਰਹੇ ਹਾਂ, ਆਪਣੇ ਆਪ ਨੂੰ ਏਲੀਨੇਟ ਕਰ ਰਹੇ ਹਾਂ। ਹਾਂਜੀ ਕਰਤਾਰ ਸਿੰਘ ਜੀ, ਇਹ ਬਿਲਕੁਲ ਸੰਘਾ ਸਾਹਿਬ ਦੀ ਗੱਲ ਠੀਕ ਹੈ ਵੀ ਵੀ ਆਰ ਐਂਟਰਿੰਗ ਅ ਵੈਰੀ ਡੇਂਜਰਸ ਫੇਜ਼ ਇਨ ਵਰਲਡ ਹਿਸਟਰੀ, ਐਂਡ ਜੇ ਕੋਈ ਵੀ ਆਈਸੋਲੇਟਿਡ ਕਮਿਊਨਿਟੀਜ਼ ਆ ਦੇ ਨੀਡ ਟੂ ਥਿੰਕ ਐਟ ਲੀਸਟ, ਬਟ ਥੋੜਾ ਜਿਹਾ ਸ਼ਾਇਦ ਇਹਨਾਂ ਨੇ ਓਵਰ ਪੈਸਿਮਿਸਟਿਕ ਆਰਗੂਮੈਂਟ ਦਿੱਤੀ।
ਜੇ ਤੁਸੀਂ ਇਟਲੀ ਵਿੱਚ ਜਾਓ, ਜਰਮਨ 'ਚ ਜਾਓ, ਬੜੀ ਐਸਟੈਬਲਿਸ਼ ਸਿੱਖ ਕਮਿਊਨਿਟੀਜ਼ ਹੈਗੀਆਂ, ਬੜੇ ਵਪਾਰਾਂ ਦੇ ਵਿੱਚ ਫਾਰਮਿੰਗ ਕਰਦੇ ਆ, ਔਰ ਫਰਾਂਸ ਦੇ ਵਿੱਚ ਵੀ। ਸੋ ਆਪਾਂ ਕਹਿ ਨਹੀਂ ਸਕਦੇ ਵੀ ਖਰਿਆ ਉਹ ਸਾਰੇ ਹੀ they'll all be displaced. No, I think there is a very clear point in what Dr. Gigi said, and there is a realistic possibility of a lot of that happening. But I think we in England are probably more established than our European counterparts. So the Sikhs that are in Europe are probably not as engaged in the political process as we have established ourselves. And I think if we come out of the EU, our influence to push out MEPs and other, Gurdas Singh ji, I've got a call. We didn't really open the calls, but I think we should take the calls. So Okay. So ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹਾਂਜੀ ਭਾਈ ਸਾਹਿਬ ਜੀ, ਸਵਾਗਤ ਤੁਹਾਡਾ ਕਾਲ ਚੈਨਲ ਤੇ। ਨਾਂ ਦੱਸੋ, ਕਿੱਥੋਂ ਕਰਦੇ ਜੀ ਕਾਲ? ਮੈਂ ਜੀ, ਮੇਰਾ ਨਾਮ ਸਾਥੀ ਲੁਧਿਆਣਵੀ ਹੈ। ਹਾਂਜੀ ਲੁਧਿਆਣਵੀ ਸਾਹਿਬ ਜੀ, ਕੀ ਬਹੁਤ ਤੁਹਾਡਾ ਸਵਾਗਤ ਹੈ। ਤੁਸੀਂ ਸਾਡੇ ਬਹੁਤ ਥੈਂਕ ਯੂ ਜੀ। ਆਪਣੇ ਪੁਰਾਣੇ ਸਾਥੀ ਲੇਖਕ ਆ। ਤੁਸੀਂ ਫੋਨ ਬਹੁਤ ਕਸੂਤੇ ਟਾਈਮ ਤੇ ਕੀਤਾ, ਸਾਡਾ ਸਮਾਂ ਬਿਲਕੁਲ ਬਸ ਮੈਂ 1 ਮਿੰਟ 'ਚ ਗੱਲ ਖਤਮ ਕਰ ਦੇਣੀ ਹੈ ਜੀ। ਦੱਸੋ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਇਹੋ ਜਿਹਾ ਵਧੀਆ ਪ੍ਰੋਗਰਾਮ ਦੇ ਰਹੇ ਹੋ, ਔਰ ਉਹ ਜਿਹੇ ਪ੍ਰੋਗਰਾਮ ਦੇਣੇ ਚਾਹੀਦੇ ਆ ਜਿਹੜੇ ਲੋਕਾਂ ਦੀ ਜਿਹੜੀ ਸੋਚ ਹੈ, ਲੋਕਾਂ ਦਾ ਜਿਹੜਾ ਭਵਿੱਖ ਹੈ ਇਸ ਦੇਸ਼ ਦੇ ਵਿੱਚ, ਉਹਦੇ ਬਾਰੇ ਗੱਲਬਾਤ ਹੋ ਸਕੇ। ਤੁਸੀਂ ਬਹੁਤ ਚੰਗਾ ਕਰ ਰਹੇ ਹੋ। ਔਰ ਸੰਨਾ ਸਾਹਿਬ ਵੀ ਉੱਥੇ ਬੈਠੇ ਨੇ। ਮੇਰੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਜਦੋਂ ਤੁਸੀਂ EEC ਵਿੱਚ ਰਹਿਣ ਜਾਂ ਨਾ ਰਹਿਣ ਦੀ ਗੱਲ ਕਰਦੇ ਆ, ਉਸ ਵੇਲੇ ਬਿਲਕੁਲ ਮਤਲਬ ਸੋਲਿਡ ਤਰੀਕੇ ਦੇ ਨਾਲ ਇਸ ਦੇਸ਼ ਨੂੰ ਆਪਣਾ ਸਮਝ ਕੇ ਉਹਦੇ ਨਜ਼ਰੀਏ ਤੋਂ ਗੱਲ ਕਰਨੀ ਚਾਹੀਦੀ ਹੈ ਜੀ। ਮੈਂ ਯੂਰਪ ਦੇ ਕਈਆਂ ਦੇਸ਼ਾਂ ਵਿੱਚ ਗਿਆ, ਉੱਥੇ ਆਪਣੇ ਬਹੁਤ ਲੋਕ ਰਹਿੰਦੇ ਆ। ਤੁਸੀਂ ਇਹ ਕਿਹਾ ਹੈਗਾ ਕਿ ਅਗਰ ਅਸੀਂ EEC ਚੋਂ ਨਿਕਲ ਆਏ ਤਾਂ ਉਹ ਜਿਹੜੇ ਲੋਕ ਹੈਗੇ ਉਹਨਾਂ ਨੂੰ ਇੱਥੇ ਆਉਣ ਦੇ ਚਾਂਸਸ ਘਟ ਜਾਣਗੇ। ਵੀ ਆਰ ਟਾਕਿੰਗ ਅਬਾਊਟ ਆਵਰਸੈਲਵਸ ਜੀ। ਬਟ ਜਦੋਂ ਤੁਸੀਂ ਗੱਲ ਕਰਦੇ ਨੇ ਇਹੋ ਜਿਹੀ, ਤਾਂ ਉਹ ਕਰਨਾ ਚਾਹੀਦਾ ਹੈ ਕਿ ਦੇਸ਼ ਦੇ ਹਿੱਤ ਵਿੱਚ ਕਿਹੜੀ ਗੱਲ ਜਾਂਦੀ ਹੈ ਜੀ। ਮੈਨੂੰ ਉੱਥੇ ਬਹੁਤ ਘੱਟ ਲੋਕ ਇਹੋ ਜਿਹੇ ਮਿਲੇ ਆ ਜਿਹੜੇ ਕਹਿੰਦੇ ਹੋਣ ਕਿ ਅਸੀਂ ਜੀ ਇੰਗਲੈਂਡ ਜਾ ਕੇ ਬਸਣਾ, ਕਿਉਂਕਿ ਉਹ ਵੈਲ ਐਸਟੈਬਲਿਸ਼ ਹੋ ਚੁੱਕੇ ਉਹਨਾਂ ਦੇਸ਼ਾਂ ਦੇ ਵਿੱਚ। ਬਿਲਕੁਲ ਸੱਚ, ਮੈਂ ਇਹ ਗੱਲ ਕੀਤੀ ਸੀ। ਮੂਵਮੈਂਟ ਹੈ ਜਿਹੜਾ ਇਟ ਇਜ਼ ਅ ਬਿਗ ਇਨਸੈਂਟਿਵ ਐਕਚੁਅਲੀ ਇਨ ਸਟੇਇੰਗ ਇਨ EEC। ਪਰ ਐਟ ਦਾ ਸੇਮ ਟਾਈਮ ਸਾਨੂੰ ਜਿਹੜਾ ਸਾਡਾ ਦੇਸ਼ ਹੈ ਇਹਦੇ ਬਾਰੇ ਇਹ ਗੱਲ ਹੈਗੀ ਆ ਕਿ ਇਸ ਦੇਸ਼ ਦੇ ਵਿੱਚ ਇੰਨੇ ਲੋਕ ਬਾਹਰੋਂ ਆ ਰਹੇ ਆ। ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਕਿਹੜੇ ਦੇਸ਼ੋਂ ਆ ਰਹੇ, ਜਿਹੜੇ ਵੀ ਦੇਸ਼ ਤੋਂ ਆ ਰਹੇ, ਜਿਹੋ ਜਿਹੇ ਵੀ ਉਹ ਹੈਗੇ ਆ, ਉਹ ਜ਼ਿਆਦਾਤਰ ਵਾਈਟ ਲੋਕ ਹੈਗੇ ਆ। ਉਹ ਵਾਈਟ ਲੋਕ ਇਸ ਦੇਸ਼ ਵਿੱਚ ਇੰਨੀ ਤਾਦਾਦ ਚ ਆ ਰਹੇ ਆ। ਉਹਦੇ ਨਾਲ ਸਾਡੇ ਜਿਹੜੇ ਬੱਚੇ ਹੈਗੇ, ਕਿਉਂਕਿ ਅਸੀਂ ਤਾਂ ਰਿਟਾਇਰ ਹੋ ਚੁੱਕੇ ਆ, ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਭਵਿੱਖ ਉੱਤੇ ਕੁਐਸਚਨ ਮਾਰਕ ਲੱਗ ਸਕਦਾ। ਉਹਨਾਂ ਨੂੰ ਜੋਬਾਂ ਦੀ ਮੁਸ਼ਕਲ ਆਏਗੀ। ਇਹ ਸਭ ਤੋਂ ਵੱਡੀ ਗੱਲ ਵਿਚਾਰਨ ਵਾਲੀ ਹੈ। ਔਰ ਸਭ ਤੋਂ ਜ਼ਿਆਦਾ ਜਿਹੜੇ ਵਿਕਟਮ ਹੋਣਗੇ ਉਹ ਸਾਡੇ ਹੀ ਲੋਕ ਹੋਣਗੇ। ਦੈਟ ਇਜ਼ ਸਿੱਖ ਹੈ ਜਿਹੜੇ ਉਹ ਇਨਕਲੂਡਡ, ਕਿਉਂਕਿ ਅਸੀਂ ਸਾਰੇ ਉਸੇ ਰੰਗ ਦੇ ਅਸੀਂ ਹੈਗੇ ਆ। ਇੱਕ ਤਾਂ ਪੁਆਇੰਟ ਇਹ ਆ। ਦੂਸਰੇ ਇਹ ਆ ਕਿ ਜਿਹੜਾ ਸਾਡਾ ਇਹ ਦੇਸ਼ ਹੈ ਇੰਗਲੈਂਡ ਹੈ, ਇਹ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲ ਕੇ ਵੀ ਵਿਕਸਿਤ ਹੋ ਸਕਦਾ, ਤਰੱਕੀ ਕਰ ਸਕਦਾ, ਕਿਉਂਕਿ ਇੰਡੀਆ ਦੇ ਨਾਲ, ਚਾਈਨਾ ਦੇ ਨਾਲ, ਜਾਪਾਨ ਦੇ ਨਾਲ, ਹੋਰ ਸਾਰਿਆਂ ਦੇਸ਼ਾਂ ਦੇ ਨਾਲ ਸਾਡਾ ਜਿਹੜਾ ਦੇਸ਼ ਆ ਇਹ ਤਜਾਰਤ ਕਰਦਾ। ਔਰ ਉੱਥੇ ਬੜੇ ਥੋੜੇ ਮਤਲਬ ਕੰਟਰੈਕਟ ਇਹਨਾਂ ਨੂੰ ਆਉਂਦੇ ਆ, ਅਸੀਂ ਉਹਨਾਂ ਨੂੰ ਦਿੰਨੇ ਆ। ਔਰ ਦੂਸਰਾ ਗੱਲ ਇਹ ਵੀ ਹੈ, ਕਈਆਂ ਲੋਕਾਂ ਨੂੰ ਇਹ ਭੁਲੇਖਾ ਆ ਕਿ ਜੇ ਅਸੀਂ ਨਿਕਲ ਆਏ ਤਾਂ ਸਾਨੂੰ ਖਰੇ ਜਰਮਨੀ ਵਾਲਿਆਂ ਨੇ, ਫਰਾਂਸ ਵਾਲਿਆਂ ਨੇ ਸਾਡੇ ਨਾਲ ਦੁਸ਼ਮਣੀ ਪੈਦਾ ਕਰਨੀ। ਇਹੋ ਜਿਹੀ ਕੋਈ ਗੱਲ ਨਹੀਂ ਹੈ, ਕਿਉਂਕਿ ਜਰਮਨੀ ਆ ਜਿਹੜੀ, ਉਹਨਾਂ ਨੂੰ ਵੀ ਉਨੀ ਜ਼ਰੂਰਤ ਹੈ ਆਪਣੀਆਂ ਕਾਰਾਂ ਇੱਥੇ ਵੇਚਣ ਦੀ। ਜ਼ਬਰਦਸਤ ਇੱਥੇ ਮੰਡੀ ਹੈ। ਇਸੇ ਤਰ੍ਹਾਂ ਜਿਹੜੇ ਫਰਾਂਸ ਦੇ ਵਿੱਚ ਜਿਹੜੇ ਪ੍ਰੋਡਕਟ ਹੁੰਦੇ ਆ ਉਹਨਾਂ ਨੂੰ ਵੀ ਇੱਥੇ ਵੇਚਣ ਦੀ ਜ਼ਰੂਰਤ ਹੈ। ਇਸ ਕਰਕੇ ਇਹ ਆਦਾਨ ਪ੍ਰਦਾਨ ਜਿਹੜਾ ਹੁੰਦਾ ਹੀ ਰਹਿਣਾ। ਤੁਸੀਂ ਇੱਕ ਹੋਰ ਵੀ ਇੱਥੇ ਗੱਲ ਕਹੀ ਹੈ ਕਿ ਵੀਜ਼ੇ ਦੀ ਮੁਸ਼ਕਲ ਆਏਗੀ। ਜਿਹੜਾ ਵੀਜ਼ਾ ਹੈ ਇਟ ਇਜ਼ ਨੈਗੋਸ਼ੀਏਬਲ ਥਿੰਗ। ਪਹਿਲਾਂ ਵੀ ਮੈਂ ਇੱਥੇ 62 ਦਾ ਆਇਆ, 53 ਸਾਲ ਮੈਨੂੰ ਹੋ ਗਏ ਆ। ਉਸ ਵੇਲੇ ਅਸੀਂ ਯੂਰਪੀਅਨ ਯੂਨੀਅਨ ਸ਼ਾਮਲ ਨਹੀਂ ਸੀ। ਉਸ ਵੇਲੇ ਸਾਨੂੰ ਕੋਈ ਮੁਸ਼ਕਲ ਨਹੀਂ ਸੀ ਆਉਂਦੀ। ਔਰ ਵੀਜ਼ੇ ਆ ਜਿਹੜੇ ਨਾ, ਵੀਜ਼ਾ ਆਰ ਮਿਊਚੁਅਲੀ ਨੈਗੋਸ਼ੀਏਬਲ ਥਿੰਗ। ਔਰ ਸਾਡਾ ਜਿਹੜਾ ਦੇਸ਼ ਹੈ ਔਰ ਫਰਾਂਸ ਔਰ ਜਰਮਨੀ ਜਿਹੜੇ ਦੂਜੇ ਦੇਸ਼ ਹੈਗੇ ਨੇ, ਉਹਨਾਂ ਦੇ ਨਾਲ ਵੀਜ਼ੇ ਦੀ ਫੈਸਿਲਿਟੀ ਜਿਹੜੀ ਉਹ ਨੈਗੋਸ਼ੀਏਟ ਕਰ ਸਕਦੇ ਆ। ਬਹੁਤ ਸਾਰੇ ਐਸੇ ਇਸ਼ੂ ਹੈਗੇ ਨੇ, ਕਿਉਂਕਿ ਤੁਹਾਡੇ ਟਾਈਮ ਘੱਟ ਹੈ, ਮੈਂ ਕਲੌਕ ਦੇਖ ਰਿਹਾ ਸਾਥੀ ਜੀ। ਇਸ ਕਰਕੇ ਮੈਂ ਕਹਿੰਦਾ ਕਿ ਆਪਾਂ ਫਿਰ ਕਦੇ ਫੇਰ ਗੱਲ ਕਰਾਂਗੇ। ਬਹੁਤ ਮੁਬਾਰਕਬਾਦ ਹਾਲ ਚਾਲ ਮੇਰੇ ਵੱਲੋਂ। ਮੈਂ ਤੁਹਾਡੇ ਤੋਂ ਮਾਫੀ ਵੀ ਮੰਗਣੀ ਆ ਕਿਉਂਕਿ ਤੁਹਾਨੂੰ ਸ਼ਾਰਟ ਕੀਤਾ, ਪਰ ਤੁਹਾਡੇ ਤੋਂ ਇੱਕ ਮੰਗ ਵੀ ਹੈ ਵੀ ਤੁਸੀਂ ਸਾਡੇ ਪ੍ਰੋਗਰਾਮ 'ਚ ਆਵੋ। ਹਾਂ ਬਿਲਕੁਲ ਬਿਲਕੁਲ। ਤੁਸੀਂ ਮੈਨੂੰ ਯਾਦ ਕਰੋ, ਮੈਂ ਜ਼ਰੂਰ ਆਵਾਂਗਾ। ਬਿਲਕੁਲ ਜੀ, ਤੁਹਾਨੂੰ ਲਿਆਵਾਂਗੇ ਆਪਾਂ ਇੱਕ ਸਪੈਸ਼ਲ ਇਸ ਵਿਸ਼ੇ ਤੇ। ਸਾਥੀ ਉਹਨਾਂ ਨੇ ਬੜੇ ਵਧੀਆ ਪੁਆਇੰਟ ਰੇਜ਼ ਕੀਤੇ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ। ਖਾਸ ਕਰਕੇ ਸਾਥੀ ਉਹਨਾਂ ਨੇ ਐਤਕੀ ਦੇਸ਼ ਪ੍ਰਦੇਸ਼ ਦੇ ਵਿੱਚ ਆਰਟੀਕਲ ਵੀ ਯੂਰਪੀਅਨ ਯੂਨੀਅਨ ਦੇ ਇਸ਼ੂ ਤੇ ਰੈਫਰੈਂਡਮ ਬਾਰੇ ਐਤਕੀ ਪਬਲਿਸ਼ ਕੀਤਾ ਸੀਗਾ। ਤੇ ਸਿਰ ਮੈਂ ਇੱਕੋ ਹੀ ਨੁਕਤੇ ਤੇ ਇਹਨਾਂ ਦੇ ਕਮੈਂਟ ਦੇਣਾ ਚਾਹੁੰਦਾ ਕਿ ਯੂਰਪ ਦੇ ਵਿੱਚ ਜਰਮਨੀ, ਇਟਲੀ, ਖਾਸ ਕਰਕੇ ਫਰਾਂਸ ਦੇ ਵਿੱਚ ਕੁਛ ਆਪਣੇ ਲੋਕ ਵੈਲ ਐਸਟੈਬਲਿਸ਼ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਿਹੜੀ ਮੈਜੋਰਿਟੀ ਆ ਉਹ ਅਜੇ ਵੀ ਸਟਿਲ ਮੈਨੂਅਲ ਵਰਕਰ ਹੈਗੇ ਆ, ਤੇ ਉਹ ਵੋਲੇਟਾਈਲ ਆ, ਉਹ ਡਿਪੈਂਡੈਂਟ ਆ। ਉਹਨਾਂ ਦੀ ਜਿਹੜੀ ਮੋਬਿਲਿਟੀ ਆ
ਉਹ ਮਤਲਬ ਕਿ ਡਿਪੈਂਡ ਕਰਦੀ ਹੈਗੀ ਆ ਗਵਰਨਮੈਂਟ ਦੀ ਨੈਗੋਸ਼ੀਏਸ਼ਨ ਫ੍ਰੀ ਵਿਲ ਤੇ ਯੂਰਪੀਅਨ ਯੂਨੀਅਨ ਤੇ ਠੀਕ ਹੈ ਵੀ ਵੀਜ਼ੇ ਨੈਗੋਸ਼ੀਏਬਲ ਆ ਪਰ ਨੈਵਰਦਲੈਸ ਉਹ ਫਿਰ ਤੁਹਾਨੂੰ ਪਤਾ ਵੀ ਆਰਡੂਅਸ ਟਾਸਕ ਹੋ ਜਾਂਦਾ ਹੈਗਾ ਤੇ ਮੇਰੀ ਆਪਣੀ ਦਾ ਮਤਲਬ ਕਿ ਲਾਜ਼ਮੀ ਤੌਰ ਤੇ ਜਿਹੜੀ ਵੋਟ ਹੈਗੀ ਹੈ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਰਹਿੰਦੀ ਹੈਗੀ ਹੈ। ਚਲੋ ਕਰਤਾਰ ਸਿੰਘ ਜੀ ਕਿਉਂਕਿ ਸਾਡੇ ਕੋਲ 4 ਕਮੈਂਟ ਰਹਿ ਗਏ ਸਤਿ ਲੁਧਿਆਣਵੀ ਨੇ ਕੁਝ ਵੌਇਸ ਆਫ ਰੀਜ਼ਨ ਲੈ ਆਂਦਾ ਸਾਨੂੰ ਬੜਾ ਡਰਨਾ ਨਹੀਂ ਚਾਹੀਦਾ ਯੂ نو ਬਿਕਾਜ਼ ਯੂ ਕੈਨ ਕ੍ਰੀਏਟ ਪੈਨਿਕ unnecessarily as well. I thought it was very good for the call to call in, and I think it was clearly that he was quite keen on emphasising the value of leaving the European Union. But I mean, there are some. He's an old left winger as well, so one of the I mean, old Labour, I think we call. I think if we look to the future, if we look at TTIP, the Transatlantic Trade Agreement, which is coming Very from worrying, America and Europe, again, this is something that needs to have strong national voices speaking up in, and I think England, being Great Britain, being out of that discussion will put us in a weak position. But also, when it comes to bilateral agreements with nations like India or China, we have to work to the World Trade Organization standards as well, and again build a normalization, and all of this again works on the uncertainty of pressing the button and saying we're leaving the European Union, triggering Article 50, which again, if we look at economic markets, uncertainty is very so damaging. What you're saying, this idea that somehow if we leave we'll be free is a bit of a misnomer, because you still have to have negotiated agreements. Well, I think what we're having, and this is quite obvious if we look at the Scotland referendum debate, again with the discussion that we're having now on this referendum, both sides are going to push a very rosy argument. They're not going to speak honestly and recognise that there are challenges, there are uncertainties in both sides. But if we look at it, leaving the European Union triggers a great uncertainty that we cannot calculate. I was just thinking, because we're talking about what the Sikhs, maybe we should all move to Scotland. Maybe that's the best way forward. I think just to be very clear with our views, because we are towards concluding our program, I'd just like to go through a few points which are yes and no, very clear cut simply. ਕਿਉਂਕਿ ਯੈਸ ਦੇ ਵਿੱਚ ਇੱਕ ਤਾਂ ਹੈਗਾ ਕਿ ਜਿਹੜੀ ਸਿਕਿਉਰਿਟੀ ਤੇ ਪੀਸ ਆ ਇਹ ਬਹੁਤ ਵੱਡਾ ਆਰਗੂਮੈਂਟ ਹੈਗਾ ਏਕਤਾ ਦੇ ਵਿੱਚ ਤਾਂ ਹਮੇਸ਼ਾ ਸਿਕਿਉਰਿਟੀ ਦੀ ਏਕਤਾ ਦੇ ਵਿੱਚ ਤੇ ਜਿਹੜੇ ਹੈਗੇ ਨੋ ਵਾਲੇ ਉਹ ਕਹਿੰਦੇ ਪਏ ਅਸੀਂ ਇੰਡੀਪੈਂਡੈਂਟ ਡੀਲ ਕਰਦੇ ਜਿਵੇਂ ਸਾਥੀ ਹੁਣਾਂ ਨੇ ਵੀ ਜ਼ਿਕਰ ਕੀਤਾ ਸੀਗਾ ਤੇ ਦੂਸਰਾ ਹੈਗਾ ਜਿਹੜੀ ਫਰੀडम ਜਿਹੜੀ ਕਮਿਊਨਿਜ਼ਮ ਤੇ ਫਾਸ਼ਿਜ਼ਮ ਤੋਂ ਫਰੀडम ਆ ਉਹ ਲਿਬਰਲ ਡੈਮੋਕ੍ਰੈਟਿਕ ਸੋਸ਼ਲ ਸਿਸਟਮ ਤੇ ਪਲੂਰਲਿਜ਼ਮ ਲਿਆਂਦੀ ਹੈਗੀ ਆ ਤੇ ਉਹ ਸਟਰੈਂਥਨ ਹੁੰਦੀ ਹੈ ਜੇ ਜਰਮਨੀ ਤੇ ਬ੍ਰਿਟਾਨੀਆ ਵਰਗੇ ਮੁਲਕ ਇਕੱਠੇ ਰਲ ਕੇ ਜਰਮਨ ਬਹੁਤ ਜ਼ਰੂਰੀ ਕਿਉਂਕਿ ਆਪਾਂ ਜਰਮਨ ਦੀ ਗੱਲ ਕੀਤੀ ਜਰਮਨਸ ਬੀਨ ਥਰੂ ਦਿਸ ਔਰ ਮੈਂ ਥੋੜੀ ਰਿਸਰਚ ਕੀਤੀ ਸੰਗਾ ਸਾਹਿਬ ਜਰਮਨ ਦੇ ਲੋਕ ਮਾਈਗ੍ਰੈਂਟਸ ਦੇ ਨਾਲ ਖੜੇ ਆ ਬਿਲਕੁਲ ਕਿਉਂਕਿ ਉਹਨਾਂ ਨੇ ਉਹ ਦੇਖਿਆ ਕੀ ਹੁੰਦਾ ਜਦੋਂ ਤੁਸੀਂ ਫਾਰ ਰਾਈਟ ਉੱਥੇ ਵਾਇਲੈਂਸ ਆ ਜਾਵੇ ਤਾਂ ਉਹ ਤਰਲੇ ਕਰਦੇ ਵੀ ਯੂਕੇ ਵਿੱਚ ਇੱਕ ਜਰਮਨ ਟੂਰਿਸਟ ਵਿਜ਼ਿਟਰ ਸਾਡੇ ਨਾਲ ਉਹਨੇ ਟਰੈਵਲ ਕੀਤਾ ਅੰਮ੍ਰਿਤਸਰ ਗਿਆ ਸੀ ਦਰਬਾਰ ਸਾਹਿਬ ਉੱਥੇ 2 ਦਿਨ ਉਹਨੇ ਰਹਿਣਾ ਸੀਗਾ ਤੇ ਉਹ ਦੱਸਿਆ ਜਿਹੜੀ ਪਗੀਡਾ ਮੂਵਮੈਂਟ ਹੈ ਐਕਚੁਅਲੀ ਬਹੁਤ ਆਈਸੋਲੇਟਡ ਹੈਗੀ ਆ ਜਿਵੇਂ ਇੰਗਲੈਂਡ ਦੇ ਵਿੱਚ EDF ਤੇ ਬਾਕੀ ਹੈਗਾ ਜਿਹੜੇ ਵਾਸ ਮੈਜੋਰਟੀ ਆਫ ਲੋਕ ਹੈਗੇ ਆ ਬੜੇ ਵਧੀਆ ਹੈਗੇ ਆ ਕਿਉਂਕਿ ਸਵਾਲ ਤਾਂ ਇਹ ਹੈਗਾ ਕਿ ਚਾਹੇ ਵੋਟ ਯੈਸ ਹੋਵੇ ਚਾਹੇ ਨੋ ਹੋਵੇ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਜਿਹੜੀਆਂ ਮੈਚੁਰ ਕੰਟਰੀਆਂ ਉਹ ਆਪਣੇ ਰਿਲੇਸ਼ਨਸ਼ਿਪ ਨੈਗੋਸ਼ੀਏਟ ਕਰ ਲੈਂਦੀਆਂ ਗਲੋਬਲਾਈਜ਼ਡ ਵਰਲਡ ਦੇ ਵਿੱਚ ਹੈ ਪਰ ਨੈਵਰਦਲੈਸ ਅਲਟੀਮੇਟਲੀ ਜਿਹੜੀ ਯੂਰਪੀਅਨ ਯੂਨੀਅਨ ਹੈ ਇਹਦੇ ਵਾਸਤੇ ਕ੍ਰਾਈਸਿਸ ਹੈਗਾ ਟੈਸਟਿੰਗ ਪੁਆਇੰਟ ਹੈਗਾ ਖਾਸ ਕਰਕੇ ਮਿਡਲ ਈਸਟ ਦੀ ਸਿਚੁਏਸ਼ਨ ਇਹ ਰਸ਼ੀਆ USA UK France ਜਰਮਨੀ ਇਹਨਾਂ ਨੂੰ ਰਲ ਕੇ ਮਿਡਲ ਈਸਟ ਨੂੰ ਪਹਿਲਾਂ ਸੈਟਲਾਈਟ ਕਰਨਾ ਚਾਹੀਦਾ ਇਹ ਸਟੇਬਲਾਈਜ਼ ਹੋ ਜਾਏ ਤੇ ਜਿਹੜੀ ਯੂਰਪੀਅਨ ਇਸ਼ੂ ਹੈ ਮਾਈਗ੍ਰੇਸ਼ਨ ਦਾ ਤੇ ਅਸਾਈਲਮ ਦਾ ਉਹ ਕੰਮ ਡਾਊਨ ਹੋ ਸਕਦਾ ਸੋ ਇਹ ਬਹੁਤ ਵੱਡਾ ਇਸ਼ੂ ਹੈਗਾ ਇਹਦੇ ਵਿੱਚ ਤੇ ਇਸ ਤੋਂ ਇਲਾਵਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ এনवायरमेंट ਇਸ਼ੂ ਹੈਗੀ ਆ ਹੈਲਥ ਐਂਡ ਸੇਫਟੀ ਦੇ ਇਸ਼ੂ ਹੈਗੇ ਆ ਤੇ ਗਾਂ ਜਿਹੜੇ ਨਵੇਂ ਚੈਲੰਜਸ ਹੈਗੇ ਆ ਮਿਸਾਲ ਦੇ ਤੌਰ ਤੇ એનર્ਜੀ ਕਿੱਥੋਂ ਆਉਣੀ ਹੈਗੀ ਆ ਤੇ ਆਇਲ ਗੈਸ ਬਾਕੀ ਸਭ ਕੁਝ ਸਾਰਾ ਮਤਲਬ ਸ਼ੇਅਰਿੰਗ ਤੇ ਡਿਪੈਂਡ ਕਰਦਾ ਹੈਗਾ ਜਿਹੜੇ ਇੱਕ ਰਿਸੋਰਸਸ ਆ ਨੈਚੁਰਲ ਉਹ ਇੱਕ ਮੁਲਕ ਕੋ ਐਕਸਕਲੂਸਿਵ ਅਵੇਲੇਬਲ ਨਹੀਂ ਹੁਣ ਜੇ ਮਤਲਬ ਕਿ ਨਾਰਵੇ ਸਵਿਟਜ਼ਰਲੈਂਡ ਤੇ ਸਵੀਡਨ ਵਗੈਰਾ ਨੈਗੋਸ਼ੀਏਟ ਕਰਦੇ ਆ ਬ੍ਰਿਟਾਨੀਆ ਵੀ ਕਰ ਸਕਦਾ ਪਰ ਸਵਾਲ ਤਾਂ ਇਹ ਵੀ ਤੁਸੀਂ ਇਸ ਪੇਨ ਨੂੰ ਕਿਉਂ ਲਾਓ ਤੁਹਾਡੇ ਪਾਸ ਫਰੇਮਵਰਕ ਹੈ ਇੱਕ ਮਿੰਟ ਲੱਗਿਆ ਆਪਾਂ ਨੂੰ ਸਿੱਖਾਂ ਨੂੰ ਵੀ ਇਸ ਡਿਬੇਟ ਦੇ ਵਿੱਚ ਐਕਟਿਵ ਹੋਣਾ ਚਾਹੀਦਾ ਜਿਵੇਂ ਪਿਛਲੇ ਇਲੈਕਸ਼ਨ ਦੇ ਵਿੱਚ ਬੜੇ ਸਿੱਖ ਮੋਰੇ ਹੋਏ ਸੀ ਇਹਦੇ ਵਿੱਚ ਵੀ ਆਪਾਂ ਨੂੰ ਦੋ ਹੀ ਪਾਸੇ ਆਤੇ ਵੀ ਸ਼ੁੱਡ ਪਾਰਟਿਸਿਪੇਟ ਇਨ ਦ ਡੈਮੋਕ੍ਰੈਟਿਕ ਪ੍ਰੋਸੈਸ I think whatever your opinion on staying or leaving it's important to want to understand what the issues are understand what's important for you and go out and speak to people about it be active I think this is essential for it whether or not we have a position ourselves I think the real Sikh position is be active make the do Sikh good vichar do the vichar yourself understand the issues and then go for whatever you think is right so ਅੱਜ ਅਸੀਂ ਸਰ we only scratch the surface ਅਸੀਂ ਸਰ ਥੋੜੇ ਨੁਕਤੇ ਆਪ ਜੀ ਕੋ ਰੱਖੇ
ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਹ ਇਸ਼ੂ ਹੋਰ ਵੀ ਹੋਣਾ, ਤਾਂ ਅਸੀਂ ਹੋਰ ਵੀ ਇੱਥੇ ਲਿਆਉਂਗੇ, ਸਾਥੀ ਨੂੰ ਵੀ ਲਿਆਉਣਗੇ, ਆਪਾਂ ਦੋ ਹੀ ਪੱਖਾਂ ਨੂੰ ਲਿਆ ਕੇ ਤਾਂ ਅਸੀਂ ਬਿਲਕੁਲ ਹੁਣ ਸਾਡਾ ਸਮਾਂ 23 ਜੂਨ ਤਾਈਂ ਗਾਹੇ ਗੱਲ ਚੱਲਦੀ ਰਹਿਣੀ ਚਾਹੀਦੀ ਗੱਲ ਚੱਲਦੀ ਰਹੂਗੀ। ਸੋ ਇੱਥੇ ਅਸੀਂ ਸਮਾਪਤੀ ਕਰਦੇ ਹਾਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। My name is Manjeet Kaur. My name is Gurnam Singh. Welcome to the One Show. Sometimes in our culture, that say marriage or rape, sometimes people don't see that as abuse. ਕਿਉਂਕਿ ਜਦੋਂ ਮੈਂ ਗੁਰਦੁਆਰੇ ਦੀਆਂ ਚਾਰ ਕੰਧਾਂ ਵਿੱਚ ਅੰਦਰ ਜਾਂਦਾ ਹੈ, ਉਹ ਸਿੱਖੀ ਭਾਵਨਾ, ਉਹ ਸਿੱਖੀ ਐਕਟਿਵਿਜ਼ਮ, ਉਹ ਸਿੱਖੀ ਸੇਵਾ, ਉਹ ਚੀਜ਼ਾਂ ਮੈਨੂੰ ਦਿਸ ਨਹੀਂ ਰਹੀਆਂ। When I go into that darbar and there's the Guruji and me, that there is a connection there that I'm trying to develop. And when you go into Gurdwara, you learn Sikhi, right? And that, for me, even that will be tolerable. ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ। ਅੱਜ ਸਿੱਖ ਥਿੰਕ ਟੈਂਕ ਇੱਕ ਸਪੈਸ਼ਲ ਵਿਸ਼ੇਸ਼ ਪ੍ਰੋਗਰਾਮ ਹੈਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ EU ਜੋ ਕਿ ਰੈਫਰੈਂਡਮ UK ਦੇ ਵਿੱਚ 26 ਜੂਨ ਨੂੰ ਹੋਣਾ, ਉਸ ਤੇ ਵਿਚਾਰ ਕਰਦੇ ਹਾਂ, ਜਿੱਥੇ ਅਸੀਂ ਇਹ ਵੀ ਵਿਚਾਰ ਕਰਨੀ ਹੈ ਵੀ ਕੀ ਯੂਰੋਪੀਅਨ ਯੂਨੀਅਨ ਚੋਂ UK ਦੇ ਲੋਕਾਂ ਨੂੰ ਨਿਕਲਣਾ ਚਾਹੀਦਾ ਜਾਂ ਨਹੀਂ, ਔਰ ਵੱਖਰੇ ਵੱਖਰੇ ਪੋਲੀਟੀਕਲ ਆਰਗੂਮੈਂਟ। ਅਸੀਂ ਥੋੜਾ ਜਿਹਾ ਯੂਰੋਪੀਅਨ ਯੂਨੀਅਨ ਦੇ ਬਾਰੇ ਵੀ ਅੱਜ ਵਿਚਾਰ ਗੌਰ ਕਰਨੀ, ਕਿਉਂਕਿ ਅਸੀਂ ਇਹਦੇ ਬਾਰੇ ਵੀ, ਕਿਉਂਕਿ ਕਿਹੜੀ ਚੀਜ਼ ਹੈ, ਵਾਟ ਇਜ਼ ਦਾ ਇੰਸਟੀਟਿਊਸ਼ਨ ਜਿਸ ਤੋਂ ਅਸੀਂ ਨਿਕਲਣਾ ਚਾਹੁੰਦੇ ਜਾਂ ਨਹੀਂ। ਜੇ ਮੈਂ ਦੱਸਦਾ ਮੈਂ ਕਿ ਯੂਰੋਪੀਅਨ ਯੂਨੀਅਨ ਐਕਨੋਮਿਕ ਐਂਡ ਪੋਲੀਟੀਕਲ ਯੂਨੀਅਨ ਆ। ਪਹਿਲਾਂ ਇਹ ਸਿਰਫ ਐਕਨੋਮਿਕ ਯੂਨੀਅਨ ਸੀ, ਫਿਰ ਉਹ ਤੋਂ ਬਾਅਦ ਸਪੈਸ਼ਲੀ ਜਦੋਂ ਯੂਰੋਪੀਅਨ ਪਾਰਲੀਮੈਂਟ ਬਣ ਗਈ ਸੀਗੀ ਤਾਂ ਇਹ ਪੋਲੀਟੀਕਲ ਯੂਨੀਅਨ ਬਣ ਗਈ ਸੀ। ਸੋ ਈਚ ਆਫ ਦ ਕੰਟਰੀਜ਼ 28 ਮੁਲਕ ਆ ਇਸ ਯੂਨੀਅਨ ਦੇ ਵਿੱਚ। ਈਚ ਆਫ ਦ ਕੰਟਰੀਜ਼ within the union are independent, ਉਹ ਆਪਣੀ ਬਿਲਕੁਲ ਆਜ਼ਾਦ ਮੁਲਕ ਆ, ਪਰ ਉਹਨਾਂ ਨੇ ਆਪਣੀ ਜਿਹੜੀ ਸੋਵਰਨਟੀ ਆ ਜਾਂ ਕੁਝ ਕੁ ਨੈਸ਼ਨਲ ਪਾਵਰਸ ਆ, ਉਹ ਉਹਨਾਂ ਨੇ ਇੱਕ ਐਗਰੀਮੈਂਟ ਕਰਕੇ ਉਹ ਪੂਲ ਕੀਤੀਆਂ ਸੈਂਟਰ ਦੇ ਵਿੱਚ। ਔਰ ਇਹ ਵੀ ਇੱਕ ਡਿਬੇਟ ਆ ਵੀ ਕਿੰਨੀ ਪਾਵਰ ਸਟੇਟਸ ਕੋਲ ਹੋਣੀ ਚਾਹੀਦੀ, ਕਿੰਨੀ ਪਾਵਰ ਸੈਂਟਰ ਕੋਲ ਹੋਣੀ ਚਾਹੀਦੀ ਆ। ਦ ਯੂਰੋਪੀਅਨ ਯੂਨੀਅਨ ਆਪਰੇਟਸ ਅ ਸਿੰਗਲ ਮਾਰਕੀਟ। ਇਹਦੀ ਵਿਸ਼ੇਸ਼ਤਾ ਇਹ ਹੈ ਵੀ ਇੱਕ ਸਿੰਗਲ ਮਾਰਕੀਟ ਆ ਜਿੱਥੇ there's a free movement of goods, capital, services and people between member states. Now this is ਸੰਗਾ ਸਾਹਿਬ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਸੀਗੇ। ਹਾਂਜੀ, ਇਹ ਯੂਰੋਪੀਅਨ ਯੂਨੀਅਨ ਦਾ ਇੱਕ ਸੀ ਜਦੋਂ ਸ਼ੈਂਗਨ ਐਗਰੀਮੈਂਟ ਨਹੀਂ ਬਣਾਏ ਸੀਗੇ, ਉਹ ਇਦਾਂ ਸੀ ਕਿ ਉਹ ਕਹਿੰਦੇ ਸੀ ਜਿਹੜੇ ਇੰਟਰਨਲ ਬਾਰਡਰਸ ਆ ਉਹ ਖੁੱਲ ਜਾਣ। ਅਸੀਂ ਵੀ ਜਦੋਂ ਜਾਂਦੇ ਚੱਲ UK ਦਾ ਥੋੜਾ ਵੱਖਰਾ ਇਹਨਾਂ ਦਾ, ਪਰ ਆਪਾਂ ਕਿਤੇ ਯੂਰਪ ਜਾਇਦਾ ਚੈਕਿੰਗ ਨਹੀਂ ਕਰ, ਪਰ ਜਿਹੜੇ ਐਕਸਟਰਨਲ ਬਾਰਡਰਸ ਆ ਉਹਨੂੰ ਸੀਲ ਕੀਤਾ ਜਾਵੇ। ਪਰ ਹੁਣ ਪਵਾੜਾ ਪੈ ਗਿਆ ਨੇ, ਐਕਸਟਰਨਲ ਬਾਰਡਰ ਹੀ ਸਾਰੇ ਟੁੱਟੀ ਜਾਂਦੇ ਆ, ਸੋ ਇੰਟਰਨਲ ਵੀ ਉਹਨੇ ਹੁਣ ਖੜੇ ਕਰਤੇ। ਸੋ the EU is in the crisis as well. ਹਾਂ ਬਿਲਕੁਲ, ਤੁਸੀਂ ਇਹ ਕਿਹਾ ਵੀ 28 ਮੁਲਕ ਹੈਗੇ, ਬਿਲਕੁਲ ਠੀਕ ਹੈ, ਹੁਣ 28 ਮੁਲਕ ਹੈ, ਪਰ ਮੇਰੀ ਟਾਈ ਦੇ ਮੁਤਾਬਕ ਇਹ 12 ਮੁਲਕ ਸੀਗੇ 90s ਦੇ ਵਿੱਚ। ਹੁਣ ਪੁਰਾਣੀ ਹੋ ਗਈ ਤੇ ਇਹ ਪੁਰਾਣੀ ਹੋ ਗਈ, ਪਰ ਸਿਰਫ ਆਪਾਂ ਕਿਉਂਕਿ ਇਤਿਹਾਸ ਡਿਸਕਸ ਕਰਦੇ ਪਾਰਟਲੀ, ਤੇ ਅਸੀਂ ਇੱਕ ਵਾਰੀ ਉਹ ਐਜੂਕੇਸ਼ਨ ਕਾਨਫਰੰਸ ਸੀ ਬ੍ਰਸਲਸ ਦੇ ਵਿੱਚ, ਹਾਂਜੀ, ਉਸ ਵੇਲੇ 12 ਮੁਲਕ ਸੀਗੇ ਜਦੋਂ ਮਾਸਟਰ ਟ੍ਰੀਟੀ ਹੋਈ ਹੈਗੀ ਹੈ। ਹਾਂ ਬਿਲਕੁਲ, ਤੇ ਉਸ ਵੇਲੇ ਮਤਲਬ 12 ਸਟਾਰ ਹੁੰਦੇ ਸੀਗੇ ਉਹ ਝੰਡੇ ਦੇ ਵੀ, ਤੁਸੀਂ ਦੇਖੇ ਹੋਣਗੇ। ਅੱਛਾ, ਤੁਹਾਡੇ ਇਸ ਕੰਟੈਕਸਟ ਦੇ ਵਿੱਚ ਮੇਰੇ ਖਿਆਲ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਇਹ ਵੀ ਸਾਂਝਾ ਕਰ ਰਹੇ ਹਾਂ ਵੀ ਇਹਦੀ ਬੈਕਗ੍ਰਾਉਂਡ ਥੋੜੀ ਜਿਹੀ ਕੀ ਹੈਗੀ ਆ। ਬਿਲਕੁਲ, ਆਪਾਂ ਸਾਰਿਆਂ ਨੂੰ ਪਤਾ ਵਰਲਡ ਵਾਰ ਜਿਹੜਾ 2 ਆ ਉਹ 1945 ਦੇ ਵਿੱਚ ਖਤਮ ਹੋਇਆ, ਔਰ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਸਟਾਲਿਨ, ਟਰੂਮੈਨ ਤੇ ਚਰਚਿਲ ਇਹਨਾਂ ਨੇ ਮੀਟਿੰਗ ਕੀਤੀ ਕਿ ਫਿਊਚਰ ਕਿਵੇਂ ਲੀਕ ਆਊਟ ਕੀਤਾ ਜਾਵੇ, ਚੈੱਕ ਆਊਟ ਕੀਤਾ ਜਾਵੇ।
ਤੇ 1945 ਦੀ ਮਈ ਦੇ ਵਿੱਚ ਜਰਮਨੀ ਨੇ ਅਨਕੰਡੀਸ਼ਨਲ ਆਪਣਾ ਸਰੈਂਡਰ ਕਰਤਾ ਸੀਗਾ। ਤੇ ਉਸ ਤੋਂ ਬਾਅਦ ਜਦੋਂ ਪੋਟਸਡੈਮ ਦੇ ਵਿੱਚ ਇਹਨਾਂ ਦਾ ਸਮਝੌਤਾ ਹੋਇਆ ਤੇ ਚਰਚਿਲ ਨੇ ਉਸ ਤੋਂ ਬਾਅਦ ਪ੍ਰਪੋਜ਼ਲ ਦਿੱਤੀ ਕਿ ਆਪਾਂ ਯੂਨਾਈਟਿਡ ਸਟੇਟ ਆਫ ਯੂਰਪ ਬਣਾਈਏ। ਬਿਲਕੁਲ ਚਰਚਿਲ ਨੇ ਕਿਹਾ ਸੀ, ਔਰ ਚਰਚਿਲ ਨੇ ਕਿਹਾ ਸੀਗਾ, ਪਰ ਚਾਰਲਸ ਡੀ ਗੌਲ ਨੇ ਇਸ ਦਾ ਅਪੋਜ਼ ਕੀਤਾ ਸੀਗਾ। ਔਰ ਚਾਰਲਸ ਡੀ ਗੌਲ ਨੇ 1970 ਤੱਕ ਆਪਣੀ ਮੌਤ ਤੱਕ ਯੂਕੇ ਦਾ ਵਿਰੋਧ ਕੀਤਾ ਕਿ ਅਸੀਂ ਯੂਕੇ ਨੂੰ ਯੂਰਪੀਅਨ ਯੂਨੀਅਨ ਦੇ ਵਿੱਚ ਨਹੀਂ ਆਉਣ ਦੇਣਾ। ਇਹ ਬੜੀ ਸਿਗਨੀਫੀਕੈਂਟ ਗੱਲ ਹੈਗੀ ਹੈ, ਕਿਉਂਕਿ ਪੁਰਾਣੇ ਮਤਲਬ ਇਹ ਰਾਈਵਲ ਪਾਵਰ ਸੀਗੀਆਂ, ਫਰਾਂਸ ਤੇ ਐਗਜ਼ੈਕਟਲੀ ਤੇ ਬਰਤਾਨੀਆ, ओल्ड कलोनीयल पावर्स है, राइवल ਸੀਗੇ ਦੋਵੇਂ। ਪਰ ਫਿਰ ਵੀ ਜਦੋਂ ਮਤਲਬ ਵੀ 1970 ਦੇ ਵਿੱਚ ਚਾਰਲਸ ਡੀ ਗੌਲ ਦੀ ਮੌਤ ਹੋ ਗਈ, ਉਸ ਤੋਂ ਬਾਅਦ ਐਡਵਰਡ ਹੀਥ ਤੇ ਪੌਂਪੀਡਿਊ, ਜੋਰਜ ਪੌਂਪੀਡਿਊ, ਇਹਨਾਂ ਦਾ ਆਪਸ ਵਿੱਚ ਇੱਕ ਇਹਨਾਂ ਦੀ ਗੱਲਬਾਤ 12 ਘੰਟੇ ਲਗਾਤਾਰ ਚੱਲੀ। ਉਹਦੇ ਵਿੱਚ ਇਹਨਾਂ ਨੇ ਇਹ ਫਾਰਮੂਲਾ ਲੱਭਿਆ ਵੀ ਆਪਾਂ ਯੂਰਪੀਅਨ ਯੂਨੀਅਨ ਨੂੰ ਇਨਲਾਰਜ ਕਰਕੇ ਤੇ ਯੂਕੇ ਦੀ ਜਿਹੜੀ ਆ ਮੈਂਬਰਸ਼ਿਪ ਉਹ ਖੋਲ੍ਹਦੇ ਹੈਗੇ ਆ। ਤੇ 75 ਦੇ ਵਿੱਚ ਤੁਸੀਂ ਮੇਰੇ ਖਿਆਲ ਵੋਟ ਪਾਈ ਹੋਊਗੀ, ਮੈਂ ਵੀ ਵੋਟ ਪਾਈ ਸੀ, ਤੁਸੀਂ ਵੀ ਕਿ ਨਹੀਂ? ਤੁਹਾਡੇ ਤੋਂ ਪਹਿਲੀ ਗੱਲ ਹੈਗੀ ਆ। 1975 ਦੇ ਵਿੱਚ ਵੀ ਜਿਵੇਂ ਹੁਣ ਡਿਸਕਸ਼ਨ ਹੋ ਰਹੀ ਹੈ, ਇਹ ਤੋਂ ਵੀ ਵੱਧ। ਉਦੋਂ ਮੈਨੂੰ ਅਜੇ ਵੋਟ ਹੈ ਨਹੀਂ ਸੀ, ਮੈਂ ਹਿਸਾਬ ਕਰਦਾ ਸੀ। ਅੱਛਾ, ਤੁਸੀਂ ਹਿਸਾਬ ਨਾਲ, ਅੱਛਾ, ਐਸਾ ਕਿਉਂਕਿ ਉਦੋਂ ਵੈਸੇ ਇੰਡਸਟਰੀ ਸੀਗੇ ਤੇ ਅਸੀਂ ਤਾਂ ਮਤਲਬ ਕਿ ਨਾ ਇੰਡਸਟਰੀ ਦੇ ਵਿੱਚ ਮੋਬਿਲਾਈਜ਼ ਕਰਦੇ ਸੀ ਵੀ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ। ਕਿਉਂਕਿ ਮੇਨ ਗੱਲ ਇਹ ਹੈਗੀ ਹੈ ਕਿ ਵਰਕਰਸ ਜਿਹੜੇ ਰਾਈਟਸ ਆ, ਖਾਸ ਕਰਕੇ ਪਾਰਟ ਟਾਈਮ ਵਰਕਰਸ ਦੇ ਹੌਲੀਡੇਜ਼ ਰਾਈਟਸ, ਮੈਟਰਨਿਟੀ ਰਾਈਟਸ, ਵੈਲਫੇਅਰ ਰਾਈਟਸ, ਤੇ ਇੱਥੇ ਹੈਲਥ ਐਂਡ ਸੇਫਟੀ ਤੇ ਇੰਡਸਟਰੀਅਲ ਲੈਜਿਸਲੇਸ਼ਨ, ਵੈਲਫੇਅਰ ਲੈਜਿਸਲੇਸ਼ਨ, ਇਹਨਾਂ ਸਾਰਿਆਂ ਦਾ ਕਾਫੀ ਸਾਰਾ ਪ੍ਰਭਾਵ ਜਿਹੜਾ ਹੈ ਇੱਥੇ ਦੀ ਲੈਜਿਸਲੇਸ਼ਨ ਤੇ ਪਿਆ ਹੈਗਾ। ਤੁਸੀਂ ਮਾਈਗ੍ਰੇਸ਼ਨ ਦੀ ਗੱਲ ਕੀਤੀ, ਆਪਾਂ ਜਿਹੜੇ ਸੈਟਲਡ ਵਰਕਰਸ ਹੈਗੇ ਆ ਉਹਨਾਂ ਦੀ ਜਿਹੜੀ ਵੈਲਫੇਅਰ ਆ, ਉਹਨਾਂ ਦੀ ਵੈਲਬੀਇੰਗ ਆ, ਪ੍ਰੋਫੈਸ਼ਨਲ ਦੇ ਵਿੱਚ ਵੀ ਕਾਫੀ ਸਾਰੇ ਮਤਲਬ ਕਿ ਜਿਹੜੇ ਵਰਕ ਰਾਈਟ ਹੈਗੇ ਆ ਉਹ ਇਨਹਾਂਸ ਹੋਏ ਆ ਯੂਰਪੀਅਨ ਯੂਨੀਅਨ ਦੇ ਨਾਲ। ਬਾਕੀ ਗੱਲਾਂ ਤੁਸੀਂ ਸਾਰੀਆਂ ਕਰਤੀਆਂ ਹੈਗੀਆਂ ਕਿਉਂਕਿ ਟ੍ਰੇਡਿੰਗ ਤੇ ਹੋਰ ਸਾਰਾ। ਸੰਘਾ ਸਾਹਿਬ, ਜੇ ਮੈਂ ਕਰਤਾ ਤੁਹਾਡੇ ਕੋਲ, ਕਿਉਂਕਿ ਇਹੀ ਤਾਂ ਟੈਨਸ਼ਨ ਆ, ਜਿੱਦਾਂ ਸੰਘਾ ਸਾਹਿਬ ਨੇ ਗੱਲ ਕੀਤੀ ਵੀ ਜਦੋਂ ਚਰਚਿਲ, ਕਿਉਂਕਿ ਉਹਨਾਂ ਨੇ ਦੇਖਿਆ ਖੂਨ-ਖਰਾਬਾ ਕਿੰਨਾ ਹੋਇਆ ਯੂਰਪ ਦੇ ਵਿੱਚ, ਤਾਂ ਇੱਕ ਪਾਸੇ ਉਹਨਾਂ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਕਨਸੈਪਟ ਵੀ ਦੇਖੀ ਸੀਗੀ, ਔਰ ਸ਼ਾਇਦ ਉਹ ਸੋਵੀਅਤ ਯੂਨੀਅਨ ਵੀ ਉਹਨੇ ਨਿਗਾਹ ਸੀਗੀ, ਸੋਵੀਅਤ ਯੂਨੀਅਨ। ਸੋ ਇੱਕ ਤੀਜੀ ਪਾਵਰ ਬਲੌਕ ਉਹਨਾਂ ਨਾਲ ਦੱਸੀ ਵੀ ਸੀ, ਇੱਕ ਤੀਜੀ ਪਾਵਰ ਬਲੌਕ ਬਣਾ ਰਹੀ ਹੈ। ਠੀਕ ਹੈ, ਪੁਰਾਣੀਆਂ ਇਹਨਾਂ ਦੀ ਡਿਵੀਜ਼ਨ ਸੀਗੀਆਂ, ਪਰ ਜੇ ਆਪਾਂ ਸਕੇਲ ਦੇਖੀਏ, ਜਸਟ ਟੂ ਗਿਵ ਇਟ ਸਮ ਕੰਟੈਕਸਟ, ਅੱਜ ਅਸੀਂ ਜਿੱਦਾਂ ਕਹੇ ਵੀ 28 ਕੰਟਰੀਜ਼, 507 ਮਿਲੀਅਨ ਪੀਪਲ ਜਿਹੜੀ ਹੈ population of it. It is larger than the USA. It's larger than, in fact, outside China and India, this is the third largest, you can say, union of states. Yeah, and in the GDP, 14,303 trillion euros. It is the biggest trading bloc in the world. Yeah. So the tension here is between the European Union being a social union, where you defend workers' rights, and this has been always a Labour Party position, or being just a huge, colossal neoliberal state where it can decide what to do. And this tension still is around, isn't it? And the other question is about the whole move towards unification. I mean, in this recent negotiation that Cameron had, one of the key clauses was that Britain withdraws from this. In the original treaty of the ever closer union, which was, I think, what they put in. So there is this tension, isn't it, between centralization but also between economic or social Europe. Yeah, well, I think what the difficulty is here, and I think this is where David Cameron's coming from, is the closer we get in the union, the less sovereignty Britain has. And by ceding more and more power, let's be honest, the powerhouse in Europe is Germany, and Germany will influence a lot of the decisions. Now, I recognise what Dr. Assad said, the number of directives that have come forward that have protected workers' rights, the quality of goods that we get, so make sure that, products that we buy from Europe are to a certain standard. All these things have all these straight bananas, and is that all just kind of rumours and kind of just, is it really more about the gutter press just kind of discrediting? I think it is. I think if we look at the directives, they do a great deal of positive for the country, for workers, for the goods that we have. And I think if any way that you create an economic union, if we go back to the history of it, it was to say people who are trading together, financially connected, they're less likely to go into conflict because it's not in anyone's interest. But moving further from that, the union that is being envisaged by some, that there is going to be the United States of Europe,
is very, very difficult because it means that nation states will cede a lot of power to the European Union. Now, if we look at the European Commission, it's unelected. Again, this poses a big challenge. All the laws that are, or directives that are developed come from this commission that is not accountable to anyone. So there are real questions about democratic process in Europe, but also by coming into ever closer union, which I think Europe probably is, because once you have, say a single currency, you have the similar border free movement, you're working closer and closer to the sense of having a European world superpower. But the question is, has that project reached its zenith, reached its Achilles heel? And if you look at what happened after the 2008 crisis, particularly in Greece, I mean, here is a country which is a proud, one of the original European countries, if you go back to ancient Greece, has now just been turned into a puppet of Germany. Despite that, there's another issue which we haven't touched on. Post-war division of capitalist West and communist East. Soviet Union became a very large group in its own right. And European Union, to an extent, was a de facto defense bloc also, although it was NATO is the defense. I mean, that's what North Treaty Atlantic Organization, that is the superpower in defense. That's the military union. But within that, the economic power, the funding power come from Europe. And UK actually joined that for those reasons also, because when USSR internally imploded, it collapsed. Russian Federation didn't want to lose the satellite states it had in the past. The European Union, with the Americans' encouragement, they wanted to actually grab all the states into Latvia, European Union. All those. They went as far as to Portugal, to Greece, to Spain, to Italy, to Estonia, to Latvia, all those states. Recently we had obviously issues Ukraine, in Crimea, Ukraine, which issue. Some people say that that really triggered this crisis. And within that, the real issue is European Union stands on law, and Britain actually practices rule of law, even more than Germany and France. But if you go to countries even like Italy and Spain, you must have gone on holiday. They in fact a rule of law. It's Punjab system. Like Punjab system, isn't it? So therefore, an economic union which is based on rule of law and regulations can't operate universally unless you have similar system across the union to implement, to monitor, and that partly actually led to collapse of banking system, partly, not wholly. And many institutions for example, in Greece economy collapsed because when they joined, they declared economic data which wasn't actually real. It was. That was to do with the exactly euro. Right. It was linked to the euro. Exactly. So we have still these problems with some of the southern European countries, and we're saying that there may be similar crises in Spain, Portugal, maybe Ireland's kind of recovered. But let me ask you another question, because we're talking now about political blocs. Is Putin, excited by the prospect of the UK leaving? I mean, does he want this to? He's encouraging it. I think he would be encouraging it. I think more and more as the European Union has pushed eastwards, the more and more we've been knocking on Russia's doorstep, and the more and more Russia's recognised in order to defend its position against this emerging superpower, the United States of Europe, it needs to shore its position. So what we've had in Crimea is a perfect example of this. But also the geopolitical narratives that are being played out with Russia, with Syria, with China, American Europe, again, it's coming to a head. I think European Union pushing further east is knocking on that door. And I think if Britain leaves, it serves the interest of Russia, because for Russia, seeing a superpower like the European Union coming to ever closer union, it means it's a greater threat to them. But if we look at it, just reflecting on the point, Thatcher, the rebate was all about saying the amount of money that Britain puts in, famously in her quote, in her speech, she says, we're not asking for the union to give us money, we're just saying we want some of our money back, because a lot of the money that was going from in terms of concessions was not coming back to England. And I think if we look at the example of Greece and other countries, we have to have an economic norm and for there to be a balanced fiscal union. And I think Europe is very, very diverse. And to balance that out, we are seeing the problems of certain countries almost in being a two-tier, not three-tier system. Okay, some people are saying, Sangasab, that the ones who are arguing for leaving,
we have places like Norway. We have also Switzerland. That they are existing quite. I mean, Switzerland's actually sandwiched in between. They have their own currency. So, this idea that this will be catastrophe, is this scaremongering, or do you think that it is possible to? I think exist separately? politically, mature countries, well-developed country, which practice rule of law and have 300 or 400 years of history of ruling countries, I believe they can actually survive. That's not an issue. Survival is not an issue. But I think the real cost would be... But if we're going to leave to survive, that seems like not a very good reason to leave. What I'm saying is there won't be a disaster, but it'll be a survival. Survival in the sense they can actually lose some trade in Europe, they can pick up some trade elsewhere. Who will they trade with then? With they Russia? Let me come to the first point first. If, for example, they leave European Union, no doubt it's a false calculation that they will actually save net 8 billion pound they contribute every year. Because when they want to renegotiate with EU to sell their good, they will introduce tariff probably higher than now, because they would want to protect the market. If, for example, you're running a company, you're exporting to Europe, and you pull out, and the new tariff may be higher than now. Absolutely. And you have no choice but to sell, otherwise your company will go bust. So therefore, the leavers who want to come out of the European Union, they say, well, although they pay 13 billion pounds, but they get 4 to 5 billion pounds in rebate in return. So the real cost is 8 billion pounds a year. That 8 billion pounds may not be saved, because when they start renegotiating, firstly, the economy will go probably in decline, because the company will stop in actual fact investing within UK as well as overseas company in UK. There will be a stagnant economy for a year or so. So there will be actually loss in terms of economic development, therefore jobs, and maybe some recession. Well, let's look at some of the other arguments against leaving. One of them would be that they could be isolated. You could be isolated, economically isolated, but you have these trade tariffs coming in. The Americans and the Chinese also access partly Britain's markets through Europe as well. If you had tariffs, then like the cars, for example, there's been a renaissance in the automotive industry in this country, partly because of that. Banking sector, the City of London is a huge banking. So there could be all these other really big effects on leaving, couldn't there? Well, I think just to touch on the point that we have of financially if we leave, the first thing is the only way we can leave legally is by Article 50. Now, I don't think when Article 50 was written, it was envisaged that anyone would leave, because it gives you a 2-year negotiating period to negotiate your exit, and this has to be agreed upon by all the states. But also, so if they don't agree, then you can't leave. And also, actually, with that, after that 2-year period, you're out, and if you're not really be able to start a process of dialogue with them about re-entering negotiation with Europe, you're in effectively limbo, and that process can only be extended by agreement by the European Union. So the terms of leaving are not favourable for Britain. So that is the first point. One, we will be in economic limbo in terms of engaging with the European Union, and trading with other countries outside of Europe will largely depend upon our relationship with the European Union as well. But also for that, a lot of people have pushed for the idea that we can engage with the Commonwealth. But that doesn't really exist in the same way. When we joined the European Union, a lot of these countries, New Zealand, Australia, they looked at other markets. And they've got their own trading blocks. I mean, the Pacific bloc, the Australians are now looking at. I think coming back to UK, look at the implication. If, for example, UK votes to leave, what happens then? The knock-on impact will be it will drive Scotland away from main UK again. That's so you could have a split of UK. Well, exactly. Currently, the current polls show Scotland is about 75% for remaining in UK, and Welsh, Northern Ireland situation is very similar. In England, it's 60%, and actually margin is narrowing. So in overall terms, if, for example, English would decide to leave European Union, Scotland will trigger another referendum because they would want to remain in the UK, rather in EU, and UK itself will head towards a disaster in terms of disintegration. So in actual fact, the right-wingers, especially in English politics, they are doing great damage
In actual fact, they could very well be. They just want English Republic rather than UK Republic. It could very well be well, that. let's come on to the question of ethnic minorities now. And अपने सिखां ਨੂੰ ਵਿੱਚ ਹੀ ਗਿਣਿਆ ਜਾਂਦਾ. If you look at all the polls, there was a Runnymede Trust study recently, and they found that ethnic minorities, by and large, want to stay within a wider European community. But their main concerns are obviously employment and immigration. But if Singha Sahib has given us something of a doomsday scenario, you know, if Britain left, then you unleash nationalism. Certainly Scots nationalism would then get strengthened. The UKIP kind of mentality, you know, would unleash English nationalism. And you could well then see, you know, really kind of negative consequences for the minorities in this country who, as you know, when economic collapse happens, it's always the minorities who get blamed, yeah? Well, I think not only would be difficult for minorities in England, I think across Europe it probably sent a very strong signal to a lot of countries. If we look at the Eastern European parts of Europe, they are obviously experienced lots of nationalism. You lose your supply of cheap labour as well? Possibly that, but also I think ethnic minorities in those regions would probably suffer significantly because this fuels the narrative of it's the migrants, the immigrants that are causing this. It bolsters this nationalism, which at the moment is fueled by lots of bigotry and hatred, which again falls into the hands of the wrong people in terms of looking at the minority communities. But I think alongside this, if England, you know, Great Britain did leave, I think Scotland is very much contingency planning at the moment, looking at what are we going to do if Britain leaves. And I think they'll be very, very hot on the heels about saying we want another referendum, we want to stay in Europe, and actually we want to be recognised as a separate nation, which will harm Great Britain. I mean, do you think that, you know, if this did happen, could you see a rise of the far right? Or do you think that because UKIP in a sense has got what it wanted, that those arguments would go away? Or do you Recently, Germany's financial minister was here. Yeah. When he was asked, if, for example, the vote on 23rd of June is no, UK is leaving, what would you do? He said, I will cry. That was his basically first reaction. But there's a deeper point in that. Germany currently is very deeply worried about the right of Pegida movement, right-wing fascism. Yeah, well, in France and across Europe. Germany actually is crying out for UK's help to remain in order to stabilize European scene. And likewise, UK's mainstream, the entire Labour Party by and large, and half of the Conservative Party, or SNP, Welsh nationalists, and they all actually want to remain in UK. Rather EU, and UK's integrity is absolutely crucial. क्योंकि अपने वास्ते ABME communities, Asian Black and Minority ethnic सिखे बेचारे ने ਆਪਾਂ ਸਾਰੇ ਆਪਣੀਆਂ ਕਮਿਊਨਿਟੀਆਂ ਵਾਸਤੇ ਇਹ ਬਹੁਤ ਜ਼ਰੂਰੀ ਹੈਗਾ ਕਿ ਦਰਅਸਲ UK ਯੂਰਪੀਅਨ ਯੂਨੀਅਨ ਦੇ ਵਿੱਚ ਰਹੇ ਇਹਦਾ ਸਟੇਬਿਲਿਟੀ ਹੈ ਜਿਹੜੇ ਰਾਈਟ ਵਿੰਗਰ ਹੈਗੇ ਆ ਆਪਣੇ UKIP ਆਪਣੇ ਹੁਣ ਕਈ ਲੋਕ UKIP ਦੇ ਮੈਂਬਰ ਬਣੇ ਹੋਏ ਇੰਟਰਸਟਿੰਗ ਕੁਐਸਚਨ ਹੈ ਵੀ ਕਿਉਂ ਦੇਖਣ ਵਾਲੀ ਗੱਲ ਹੈਗੀ ਆ ਕਿ UKIP ਤੇ ਜਿਹੜੇ ਰਾਈਟ ਕੰਜ਼ਰਵੇਟਿਵ ਹੈਗੇ ਆ ਜਾਂ ਮਤਲਬ ਕਿ ਲੇਬਰ ਪਾਰਟੀ ਦੇ ਵਿੱਚ ਵੀ ਜਿਹੜੇ ਐਂਟੀ ਮਾਈਗ੍ਰੇਸ਼ਨ ਐਲੀਮੈਂਟ ਹੈਗੇ ਆ ਆਪਾਂ ਨੂੰ ਇਹ ਪਤਾ ਕਿ ਇਟਲੀ ਦੇ ਵਿੱਚੋਂ ਸਪੇਨ ਦੇ ਵਿੱਚੋਂ ਫਰਾਂਸ ਦੇ ਵਿੱਚੋਂ ਜਰਮਨੀ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਲੋਕ ਉੱਥੇ ਰਹਿੰਦੇ ਆ ਪੰਜਾਬੀ ਇੰਡੀਅਨ ਸਿੱਖ ਜੋ ਵੀ ਹੈਗੇ ਆ ਉਹਨਾਂ ਜਦੋਂ 7 ਤੋਂ 9 ਸਾਲ ਉੱਥੇ ਪੂਰੇ ਹੋ ਜਾਂਦੇ ਆ they have right to come to Britain and that's what the ambition is and actually governments are aware of that and partly that's why they're actually blocking these routes by bringing in actual fact welfare provision in order that there is a least incentive for people to come and settle I think you're right. I mean, just ਆਪਾਂ ਕਿਉਂਕਿ ਬ੍ਰੇਕ ਵੱਲ ਜਾਣਾ ਬ੍ਰੇਕ ਤੋਂ ਬਾਅਦ ਅਸੀਂ ਫੋਕਸ ਕਰਾਂਗੇ ਸਿੱਖਾਂ ਦੇ ਸਿਚੁਏਸ਼ਨ ਜਿੱਦਾਂ ਸੰਘਾ ਸਾਹਿਬ ਨੇ ਕਿਹਾ ਵੀ ਯੂਰਪ ਦੇ ਵਿੱਚ ਬਹੁਤ ਸਿੱਖ ਮੈਂ ਥੋੜੀ ਜਿਹੀ ਰਿਸਰਚ ਕੀਤੀ ਸੀ UK ਦੇ ਵਿੱਚ 4 ਤੋਂ ਲੈ ਕੇ 6 ਲੱਖ ਸਿੱਖ ਰਹਿੰਦਾ ਇਟਲੀ ਦੇ ਵਿੱਚ ਰਿਲਾਇਬਲ ਸਟੈਟਿਸਟਿਕਸ ਤਾਂ ਬਹੁਤੇ ਹੈ ਨਹੀਂ ਪਰ 1 ਲੱਖ ਤੋਂ ਜ਼ਿਆਦਾ ਆ ਉਹਦਾ 2 ਲੱਖ ਤੱਕ ਹੋਵੇ ਕਿਉਂਕਿ ਇਨਲੀਗਲ ਬਹੁਤ ਹੈਗੇ ਅਨਰਜਿਸਟਰਡ ਜਰਮਨੀ ਦੇ ਵਿੱਚ 20 to 50,000 ਐਸਟੀਮੇਟਸ ਹੈਗੇ up to 50,000 ਸਪੇਨ ਦੇ ਵਿੱਚ ਵੀ 30 ਤੋਂ 40,000 France 15 to 20,000 Portugal 10,000 plus so you know we have now substantial pockets of Sikh communities around Europe and any far right kind of because they're visible ਅਸੀਂ ਹੈਗੇ ਜ਼ਿਆਦਾ so we do need to ਇੱਥੇ ਵੀ ਆਪਾਂ ਨੂੰ ਗੌਰ ਕਰਨਾ ਪਊਗਾ ਔਰ ਅਸੀਂ ਬ੍ਰੇਕ ਤੋਂ ਬਾਅਦ ਸਾਡੇ ਕੋਲ ਬਸ 10 ਮਿੰਟ ਹੋ ਰਹੇ ਆਪਾਂ ਇਹ ਵਿਚਾਰ ਕਰਨੇ ਕਿ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਸਿੱਖਾਂ ਨੂੰ ਕੀ ਸੋਚਣਾ ਚਾਹੀਦਾ
ਕਿ ਆਪਾਂ ਨੂੰ ਯੂਰਪ ਦੇ ਵਿੱਚ ਰਹਿਣਾ ਚਾਹੀਦਾ, ਆਪਾਂ ਨੂੰ ਜਾਂ ਯੂਕੇ ਨੂੰ ਬਾਹਰ ਨਿਕਲਣਾ ਚਾਹੀਦਾ, ਇਸ ਦੇ ਬਾਰੇ ਵੀ ਵਿਚਾਰ ਕਰੂੰਗੇ ਕਿਉਂਕਿ ਇਹਦੇ ਵਿੱਚ ਇਕਨੋਮਿਕ ਇਸ਼ੂਜ਼ ਵੀ ਆ ਜਾਂਦੇ ਆ, ਸਿਕਿਉਰਿਟੀ ਇਸ਼ੂਜ਼ ਵੀ ਆ ਜਾਂਦੇ ਆ, ਔਰ ਜਿਸ ਤਰ੍ਹਾਂ ਸੰਘਾ ਸਾਹਿਬ ਨੇ ਕਿਹਾ ਇੱਥੇ ਫਰੀडम ਆਫ ਮੂਵਮੈਂਟ ਦੀ ਵੀ ਬਹੁਤ ਵੱਡੀ ਗੱਲ ਹੈਗੀ ਆ। ਜੇ ਯੂਕੇ ਬਾਹਰ ਨਿਕਲ ਗਿਆ ਤਾਂ ਫਿਰ ਬਿਲਕੁਲ ਵੀਜ਼ੇਜ਼ ਵੀ ਲੱਗ ਸਕਦੇ ਆ ਔਰ ਦੂਸਰੀਆਂ ਕੰਟਰੀਆਂ ਦੇ ਵਿੱਚ ਵੀ ਬੈਰੀਅਰਸ ਲੱਗ ਸਕਦੇ ਆ ਔਰ ਇਹ ਕਾਫੀ ਗੰਭੀਰ ਇਸ਼ੂ ਹੈਗਾ। ਸੋ ਆਓ ਆਪਾਂ ਇਸ ਦੇ ਬਾਰੇ ਬ੍ਰੇਕ ਤੋਂ ਬਾਅਦ ਵਿਚਾਰ ਕਰੂੰਗੇ ਕਿ ਸਿੱਖਾਂ My name is Manjeet Kaur. My name is Gurnam Singh. Welcome to the One Show. Sometimes in our culture, that say marriage or rape, sometimes people don't see that as abuse. ਕਿਉਂਕਿ ਜਦੋਂ ਮੈਂ ਗੁਰਦੁਆਰੇ ਦੀਆਂ ਚਾਰ ਕੰਧਾਂ ਵਿੱਚ ਅੰਦਰ ਜਾਂਦਾ ਹੈ, ਉਹ ਸਿੱਖੀ ਭਾਵਨਾ, ਉਹ ਸਿੱਖੀ ਐਕਟਿਵਿਜ਼ਮ, ਉਹ ਸਿੱਖੀ ਸੇਵਾ, ਉਹ ਚੀਜ਼ਾਂ ਮੈਨੂੰ ਦਿਸ ਨਹੀਂ ਰਹੀਆਂ। When I go into that darbar and there's the Guruji and me, that there is a connection there that I'm trying to develop. And when you go into Gurdwara, you learn Sikhi, right? And that, for me, even that will be tolerable.